ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਜੇ ਸਹਜ ਖਲਾਇਂਦਾ ਨਹੀਂ ਕਰਦਾ ਆਲਕ। ਔਗਣ ਕੋ ਨਾ ਚਤਾਰਦਾ ਗਲ ਸੇਤੀ ਲਾਇਕ। ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ। ਗਿਆਨ ਰਾਸ ਨਾਮ ਧਨ ਸੌਪਿਓ ਨਿਸ ਸਬਦੇ ਲਾਇਕ। ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ। ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ। ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ। ਅਖੁੱਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨੈ ਨ ਕੀਮਤ ਹੋਏ। ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ। ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ। ਅਖੁੱਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨੈ ਨ ਕੀਮਤ ਹੋਏ। ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ। ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ। ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੈ ਸਜਾਏ। ਰਹਾਉ ਇਸ ਦੇਹੀ ਅੰਦਰ ਪੰਚ ਚੋਰ ਵਸਹਿ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁਟਹਿ ਮਨ ਮੁਖ ਨਹੀਂ ਬੂਝਹਿ ਕੋਇ ਨ ਸੁਣੈ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ ਬਾਝ ਗੁਰੂ ਗੁਬਾਰਾ। ਹਉਮੈ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੈ ਨ ਚਲਦਿਆਂ ਨਾਲ। ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ। ਸਚੀ ਬਾਣੀ ਹਰ ਗੁਣ ਗਾਵੈ ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ। ਅਣ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚ ਲਾਹ। ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ। ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ। ਅਣ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚ ਲਾਹ। ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ
ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਗੁਰਤਾ ਗੱਦੀ ਦੇ ਸੰਘਾਸਨ ਪਰ ਸੁਭਾਏਮਾਨ ਕਰਨ ਕਾਰਨ ਸਮਰੱਥ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁੱਲੇ ਦਰਸ਼ਨ ਬਖਸ਼ੇ ਹਨ। ਗੁਰੂ ਸਾਹਿਬ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਠ ਰਾਗ ਅੰਦਰ ਕਿਰਪਾ ਕਰ ਰਹੇ ਹਨ। ਜਿਵੇਂ ਹਜੂਰ ਕਿਰਪਾ ਕਰਦੇ ਨੇ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਕਥਾ ਰੂਪ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਉਹ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਬਤ ਗੁਰਮੁਖ ਜਨਾਂ ਨੇ ਬਚਨ ਕੀਤੇ ਨੇ, ਚਰਨ ਤਾਂ ਪਰ ਸਕਿਆ ਹੱਥ ਚਰਨ ਗੁਰ ਅੰਮ੍ਰਿਤ ਪਵਾਲ ਰਹਿ, ਹੱਥ ਤਾਂ ਪਰ ਸਕਿਆ ਹੱਥ ਲੱਗੈ ਗੁਰ ਅੰਮ੍ਰਿਤ ਪੈ, ਜਿਹ ਤਾਂ ਪਰ ਸਕਿਆ ਜਿਹੀ ਗੁਰ ਅੰਮ੍ਰਿਤ ਭਣਿਜੈ, ਨੈਣ ਤਾਂ ਪਰ ਸਕਿਆ ਨੈਣ ਗੁਰ ਅੰਮ੍ਰਿਤ ਪਖਿਜੈ, ਸਰਵਣ ਤਾਂ ਪਰ ਸਕਿਆ ਸਰਵਣ ਗੁਰ ਅੰਮ੍ਰਿਤ ਸੁਣਿਜੈ। ਉਹ ਚਰਨ ਸਫਲੇ ਨੇ ਜਿਹੜੇ ਚੱਲ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਵਣ। ਉਹ ਹੱਥ ਸਫਲੇ ਨੇ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦੇ ਨੇ। ਜਿਹੇ ਤਾਂ ਪਰ ਸਕਿਆਥ, ਜਿਹੀ ਦਾ ਅਰਥ ਹੁੰਦਾ ਜ਼ਬਾਨ, ਸਕਿਆਥ ਕਹਿੰਦੇ ਸਕਾਰਥਿਆਂ ਨੂੰ, ਸਫਲਿਆਂ ਨੂੰ। ਉਹ ਜ਼ਬਾਨ ਸਫਲੀ ਹੈ, ਸਕਾਰਥੀ ਹੈ। ਜਿਹੀ ਤਾਂ ਪਰ ਸਕਿਆਥ ਜਿਹੀ ਗੁਰ ਅੰਮ੍ਰਿਤ ਭਣਿਜੈ, ਜਿਹੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਪਣ ਵਾਲੀ ਰਸਨਾ ਉਹ ਪਵਿੱਤਰ ਹੈ, ਉਹ ਸਕਾਰਥੀ ਹੈ। ਨੈਣ ਤਾਂ ਪਰ ਸਕਿਆਥ ਨੈਣ ਗੁਰ ਅੰਮ੍ਰਿਤ ਪਖਿਜੈ, ਉਹ ਨੇਤਰ ਸਫਲੇ ਨੇ, ਪਵਿੱਤਰ ਨੇ, ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇਖਦੇ ਹਨ, ਦਰਸ਼ਨ ਕਰਦੇ ਹਨ। ਉਹ ਕੰਨ ਸਫਲੇ ਨੇ, ਪਵਿੱਤਰ ਨੇ, ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੋਭਾ ਸੁਣਦੇ ਹਨ। ਸਕਿਆਥ ਸੋ ਹੀ ਜਤ ਹੀ ਬਸੈ ਗੁਰੂ ਅਮਰਦਾਸ ਨਿਜ ਜਗਤ ਪਿਤ, ਉਹ ਹਿਰਦਾ ਪਵਿੱਤਰ ਹੈ ਜਿਸ ਹਿਰਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਯਾਦ ਵਸਦੀ ਹੈ। ਸਕਿਆਥ ਸੋ ਸਿਰ ਜਾਲਪ ਭਣੈ, ਭੱਟ ਜਾਲਪ ਜੀ ਕਹਿੰਦੇ ਉਹ ਸਿਰ ਪਵਿੱਤਰ ਹੈ ਗੁਰਮੁਖੋ। ਜੋ ਸਿਰ ਨਿਵੈ ਗੁਰ ਅਮਰ ਨਿਤ, ਜਿਹੜਾ ਸਿਰ ਨਿਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ, ਨਿਉਂਦਾ ਹੈ, ਜਿਹੜਾ ਤੀਸਰੇ ਪਾਤਸ਼ਾਹ ਜੀ ਨੂੰ ਮੱਥਾ ਟੇਕਦਾ, ਉਹ ਸਿਰ ਪਵਿੱਤਰ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਬਾਣੀ ਹੈ ਮਹਾਰਾਜ ਜੀ ਦੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੋਭਾ ਵਿੱਚ ਉਚਾਰਨ ਕੀਤੀ ਹੋਈ। ਐਸੇ ਮਹਾਨ ਸਤਿਗੁਰੂ ਬੇਅੰਤ ਗੁਣਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਠ ਰਾਗ ਵਿੱਚ ਕਿਰਪਾ ਕਰ ਰਹੇ ਹਨ। ਆਓ ਜੀ ਚਿੱਤ ਦੀਆਂ ਬਿਰਤੀਆਂ ਦੀ ਇਕਾਗਰਤਾ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅੰਤਰਾਤਮੇ ਅਰਦਾਸ ਬੇਨਤੀ ਕਰਦੇ ਹੋਏ ਮਹਾਰਾਜ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਦਾ ਸ਼ਬਦ ਸੋਠ ਰਾਗ ਵਿੱਚ। ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਧਨ ਸੱਚ ਸੋਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਭਗਤੀ ਦਾ ਖਜ਼ਾਨਾ ਭਗਤਾਂ ਦੀ ਝੋਲੀ ਵਿੱਚ ਪਾਇਆ। ਭਗਤੀ ਕਰਨੀ ਭਗਤਾਂ ਨੂੰ ਬਖਸ਼ੀ ਹੈ ਪਰਮਾਤਮਾ ਨੇ ਆਪ। ਅਸਲ ਵਿੱਚ ਭਗਤ ਆਪਾਂ ਕਹਿ ਹੀ ਤਾਂ ਸਕਦੇ ਹਾਂ ਜੇ ਭਗਤੀ ਕਰਦਾ, ਤੇ ਜਿਹਨੇ ਭਗਤੀ ਕੀਤੀ ਉਸੇ ਨੂੰ ਸਾਧ ਸੰਗਤ ਦੀ ਭਗਤ ਆਖਿਆ ਜਾ ਸਕਦਾ ਹੈ। ਭਗਤਾਂ ਦੀ ਜੀਵਨ ਜਾਚ, ਭਗਤਾਂ ਦਾ ਉੱਠਣਾ ਬੈਠਣਾ, ਭਗਤਾਂ ਦੀ ਦੇਖਣੀ, ਭਗਤਾਂ ਦਾ ਛਕਣਾ ਛਕਾਉਣਾ, ਸਾਰਾ ਕੁਝ ਸੰਸਾਰ ਦੇ ਲੋਕਾਂ ਨਾਲੋਂ ਥੋੜ੍ਹਾ ਕੁ ਵੱਖਰਾ ਹੁੰਦਾ। ਤੀਸਰੇ ਪਾਤਸ਼ਾਹ ਜੀ ਦੇ ਬਚਨ ਨੇ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਕਹਿੰਦੇ ਭਗਤਾਂ ਦੀ
ਜਿਹੜੀ ਮਰਿਆਦਾ ਗੁਰਮੁਖ ਉਹ ਬਾਕੀ ਲੋਕਾਂ ਨਾਲੋਂ ਨਿਰਾਲੀ ਹੁੰਦੀ, ਵੱਖਰੀ ਹੁੰਦੀ। ਭਗਤਾਂ ਕੀ ਚਾਲ ਨਿਰਾਲੀ, ਚਾਲ ਦਾ ਅਰਥ ਹੁੰਦਾ ਮਰਿਆਦਾ, ਚਾਲੀ ਮਰਿਆਦਾ ਨੂੰ ਕਹਿੰਦੇ। ਭਗਤਾਂ ਦਾ ਤੇ ਆਮ ਸੰਸਾਰੀ ਲੋਕਾਂ ਦਾ ਜੀਵਨ ਇਹ ਫਰਕ ਹੁੰਦਾ ਦੋਨਾਂ ਦਾ। ਚਾਲਾਂ ਨਿਰਾਲੀ ਭਗਤਾ ਹਕੇਰੀ ਵਿਖਮ ਮਾਰਗ ਚੱਲਣਾ, ਕਹਿੰਦੇ ਭਗਤਾਂ ਦੀ ਮਰਿਆਦਾ ਇਹ ਭਈ ਉਹਨਾਂ ਨੇ ਇਸ ਕਠਿਨ ਰਸਤੇ ਤੇ ਤੁਰਨਾ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਦਾ। ਕਠਿਨ ਕਿਉਂ ਆਖਿਆ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨ, ਕਹਿੰਦੇ ਇਹਦੇ ਚ ਲੱਭ ਛੱਡਣਾ ਪੈਣਾ, ਲੋਭ ਛੱਡਣਾ ਪੈਣਾ, ਹੰਕਾਰ ਛੱਡਣਾ ਪੈਣਾ, ਤ੍ਰਿਸ਼ਨਾ ਛੱਡਣੀ ਪੈਣੀ। ਫਿਰ ਬਹੁਤ ਨਾ ਹੀ ਬੋਲਣਾ, ਕਹਿੰਦੇ ਫਿਰ ਵਿਅਰਥ ਨਹੀਂ ਬੋਲਣਾ। ਬਸ ਇੱਥੇ ਆਣ ਕੇ ਹੀ ਫਰਕ ਪੈ ਜਾਂਦਾ ਸੰਸਾਰੀ ਬੰਦੇ ਦੇ ਜੀਵਨ ਵਿੱਚ ਔਰ ਭਗਤ ਦੇ ਜੀਵਨ ਵਿੱਚ। ਭਗਤ ਨੇ ਲੱਭ ਲੋਭ ਅਹੰਕਾਰ ਤ੍ਰਿਸ਼ਨਾ ਤਿਆਗਣੀ ਹੈ। ਸੰਸਾਰੀ ਲੋਕਾਂ ਦੀ ਰਾਸ ਪੂੰਜੀ ਇਹੋ ਕੁਝ ਹੁੰਦਾ, ਉਹ ਲੱਭ ਨਹੀਂ ਛੱਡ ਸਕਦੇ, ਲੋਭ ਨਹੀਂ ਛੱਡ ਸਕਦੇ, ਹੰਕਾਰ ਨਹੀਂ ਤਿਆਗ ਸਕਦੇ। ਤ੍ਰਿਸ਼ਨਾ ਦਾ ਤਾਂ ਛੱਡਣਾ ਬਹੁਤਾ ਹੀ ਕਠਿਨ ਹੈ। ਕਿਵੇਂ ਕੋਈ ਛੱਡ ਸਕਦਾ? ਉਹ ਭਰਤਰੀ ਜੀ ਨੇ ਲਿਖਿਆ ਨਾ, ਉਹ ਕਹਿੰਦੇ ਨੇ ਤਨ ਕੇ ਬਲ ਨੇ ਅਬ ਪੀਠ ਦਈ ਅਰ ਹਾਰ ਚਲੇ ਦ੍ਰਿਗ ਬਾਲ ਸੰਗਾਤੀ, ਤਜ ਕੇ ਹਮ ਕਹਿ ਲੋਕ ਬਖੈ ਚਲ ਆਪ ਗਏ ਸੁਰਲੋਕ ਸੁਜਾਤੀ। ਕਹਿੰਦੇ ਨੇ ਮੇਰੇ ਸਰੀਰ ਦੇ ਬਲ ਨੇ ਹੁਣ ਜਵਾਬ ਦੇ ਦਿੱਤਾ, ਸਰੀਰ ਬਿਰਧ ਹੋ ਗਿਆ, ਅੱਖਾਂ ਵੀ ਜਵਾਬ ਦੇ ਜਾਂਦੀਆਂ, ਚੰਗੀ ਤਰ੍ਹਾਂ ਦਿਸਦਾ ਨਹੀਂ ਹੈਗਾ, ਕੰਨਾਂ ਤੋਂ ਚੰਗੀ ਤਰ੍ਹਾਂ ਸੁਣ ਨਹੀਂ ਰਿਹਾ, ਆਪਣੇ ਆਪ ਸਿੱਧਾ ਹੋ ਕੇ ਮੈਂ ਤੁਰ ਨਹੀਂ ਸਕਦਾ, ਸਿਰ ਆਪੇ ਹੀ ਹਿੱਲੀ ਜਾਂਦਾ, ਵਾਈਬ੍ਰੇਟ ਕਰੀ ਜਾਂਦਾ ਹੁਣ ਆਪਣੇ ਆਪ ਹੀ। ਤਨ ਕੇ ਬਲ ਨੇ ਅਬ ਪੀਠ ਦਈ ਔਰ ਹਾਰ ਚੱਲੇ ਦ੍ਰਿਗ ਬਾਲ ਸੰਗਾਤੀ। ਦ੍ਰਿਗ ਕਹਿੰਦੇ ਨੇਤਰਾਂ ਨੂੰ, ਕਹਿੰਦੇ ਬਚਪਨ ਦੇ ਮੇਰੇ ਸੰਗੀ ਜਿਹੜੇ ਨੇਤਰ ਸਨ, ਜਨਮ ਵੇਲੇ ਮੇਰੇ ਨਾਲ ਆਏ ਸਨ, ਇਹਨਾਂ ਨੇ ਵੀ ਜਵਾਬ ਦੇ ਦਿੱਤਾ। ਤਜ ਕੇ ਹਮ ਕੋ ਇਹ ਲੋਕ ਵਿਖੈ, ਕਹਿੰਦੇ ਮੈਨੂੰ ਇਸ ਲੋਕ ਵਿੱਚ ਛੱਡ ਕੇ ਚੱਲ ਆਪ ਗਏ ਸੁਰ ਲੋਕ ਸੁਜਾਤੀ। ਕਹਿੰਦੇ ਪਤਾ ਨਹੀਂ ਆਪ ਕਿਹੜੇ ਦੇਵਲੋਕ ਨੂੰ ਚਲ ਗਏ, ਇਹ ਤਾਕਤ ਕਿੱਧਰ ਚਲੀ ਗਈ, ਅੱਖਾਂ ਦੀ ਰੌਸ਼ਨੀ ਕਿੱਥੇ ਚਲ ਗਈ, ਕੰਨਾਂ ਦੇ ਸੁਣਨ ਦੀ ਤਾਕਤ ਕਿੱਥੇ ਚਲ ਗਈ, ਮੈਂ ਤਾਂ ਇੱਥੇ ਹੀ ਹਾਂ, ਹਲੇ ਜਿਉਂਦਾ ਹੀ ਹਾਂ। ਜਗ ਮੀਤ ਸਖਾ ਮੁਖ ਫੇਰ ਗਏ, ਕਹਿੰਦੇ ਜਗਤ ਦੇ ਜਿਹੜੇ ਮਿੱਤਰ ਸਨ, ਸੰਬੰਧੀ ਸਨ, ਬੁਢੇਪੇ ਵੇਲੇ ਆਣ ਕੇ ਉਹ ਵੀ ਮੁਖ ਫੇਰ ਗਏ। ਅਬ ਸੇਵਕ ਆ ਨਾ ਪੁੱਛੇ ਮਮ ਬਾਤੀ, ਕਹਿੰਦੇ ਹੁਣ ਸੇਵਕ ਵੀ ਆਸਾ ਪਾਸਾ ਜਿਹਾ ਕਰ ਜਾਂਦਾ, ਉਹ ਵੀ ਆਣ ਕੇ ਮੇਰੀ ਬਾਤ ਨਹੀਂ ਪੁੱਛਦਾ। ਮਮ ਆਹੇ ਪਲੰਗਮ ਹੈ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤ, ਕਹਿੰਦੇ ਹਾਂ ਕੁਰਬਾਨ ਹੈ ਤ੍ਰਿਸ਼ਨਾ ਮੈਂ ਤੇਰੇ ਤੋਂ, ਤੂੰ ਮੇਰੇ ਨਾਲ ਹੀ, ਤੂੰ ਨਹੀਂ ਮੈਨੂੰ ਛੱਡ ਕੇ ਗਈ, ਤੂੰ ਦਿਨੇ ਰਾਤ ਮੇਰੇ ਨਾਲ ਹੈ। ਸਰੀਰ ਦੀ ਤਾਕਤ ਛੱਡ ਗਈ, ਅੱਖਾਂ ਦੀ ਜੋਤ ਛੱਡ ਗਈ, ਕੰਨਾਂ 'ਚ ਸੁਣਨ ਦੀ ਬਲ ਛੱਡ ਗਿਆ, ਸੇਵਕ ਛੱਡ ਗਏ, ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ ਬੁਢੇਪੇ ਵੇਲੇ, ਪਰ ਕਹਿੰਦੇ ਤ੍ਰਿਸ਼ਨਾ ਨੇ ਸਾਥ ਨਹੀਂ ਛੱਡਿਆ। ਇਸ ਕਰਕੇ ਕਹਿੰਦੇ ਤ੍ਰਿਸ਼ਨਾ ਮੈਂ ਤੇਰੇ ਤੋਂ ਬਲਹਾਰ, ਤੂੰ ਨਹੀਂ ਛੱਡ ਕੇ ਗਈ। ਇਹਦਾ ਅਰਥ ਭਈ ਸਰੀਰ ਬਿਲਕੁਲ ਬਜ਼ੁਰਗ ਹੋਏ ਤੋਂ ਵੀ ਅੰਦਰੋਂ ਤ੍ਰਿਸ਼ਨਾ ਨਹੀਂ ਮਰਦੀ, ਅੱਖਾਂ ਦੀ ਜੋਤ ਘਟ ਜਾਂਦੀ, ਸਰੀਰ ਦੀ ਤਾਕਤ ਘਟ ਜਾਏਗੀ, ਪਰ ਤ੍ਰਿਸ਼ਨਾ ਜਿਹੜੀ ਉਹ ਮੱਠੀ ਨਹੀਂ ਹੁੰਦੀ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਤਜ ਹੁੰਦਾ ਛੱਡਣਾ, ਕਹਿੰਦੇ ਭਗਤ ਨੇ ਲੱਭ ਛੱਡਣਾ, ਲੋਭ ਛੱਡਣਾ, ਹੰਕਾਰ ਛੱਡਣਾ, ਤ੍ਰਿਸ਼ਨਾ ਛੱਡਣੀ। ਤੇ ਫਿਰ ਉਹਨੇ ਬੋਲਣਾ ਵੀ ਸੰਜਮ ਦਾ, ਬਹੁਤ ਨਾ ਹੀ ਬੋਲਣਾ। ਭਾਈ ਗੁਰਦਾਸ ਜੀ ਨੇ ਆਖਿਆ ਨਾ, ਉਹ ਕਹਿੰਦੇ ਨੇ ਥੋੜਾ ਬੋਲਣ ਸਾਵਣਾ, ਥੋੜਾ ਖਾਣਾ ਗੁਰਮਤਿ ਪਾਏ। ਗੁਰਮੁਖ ਦੀ ਨਿਸ਼ਾਨੀ ਹੁੰਦੀ ਉਹਨੇ ਸੰਜਮ ਦਾ ਬੋਲਣਾ, ਸੰਜਮ ਦਾ ਖਾਣਾ, ਸੰਜਮ ਦਾ ਸੌਣਾ। ਇਸ ਕਰਕੇ ਕਹਿੰਦੇ ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ ਉੱਠਣਾ ਬੈਠਣਾ, ਉਹਨਾਂ ਦੀ ਜੀਵਨ ਜਾਚ ਵੱਖਰੀ ਹੁੰਦੀ ਗੁਰਮੁਖੋ। ਭਗਤੋਂ ਨੂੰ ਆਪਾਂ ਕਹਿੰਦੇ ਜਿਹੜਾ ਭਗਤੀ ਕਰੇ। ਅੱਜ ਤੀਸਰੇ ਪਾਤਸ਼ਾਹੀ ਦਾ ਇਹ ਸ਼ਬਦ ਹੈ, ਭਗਤ ਖਜ਼ਾਨਾ ਭਗਤਨ ਕੋ ਦੀਆ। ਭਗਤ ਦਾ ਅਰਥ ਭਗਤੀ ਦਾ ਖਜ਼ਾਨਾ ਭਗਤਾਂ ਨੂੰ ਦਿੱਤਾ। ਪਰਮਾਤਮਾ ਨੇ ਆਪ ਕਿਰਪਾ ਕੀਤੀ, ਉਹਨਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ। ਨਾਉ ਹਰ ਧਨ ਸੱਚ ਸੋਏ, ਕਹਿੰਦੇ ਅਸਲ ਵਿੱਚ ਹਰੀ ਦਾ ਜਿਹੜਾ ਅਸਲ ਧਨ ਹੈ ਨਾ, ਉਹ ਨਾਮ ਧਨ ਹੈ, ਨਾਮ ਧਨ। ਇਸੇ ਕਰਕੇ ਕਹਿੰਦੇ ਨੇ ਸਭ ਤੋਂ ਅਮੀਰ ਭਗਤਾਂ ਨੂੰ ਮੰਨਿਆ ਜਾਂਦਾ ਜੀ, ਸਭ ਤੋਂ ਅਮੀਰ। ਭਾਗੜ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ, ਮਹਾਰਾਜ ਜੀ ਦਾ ਬਚਨ। ਭਾਗੜ ਦਾ ਅਰਥ ਹੁੰਦਾ ਭਾਗਾਂ ਵਾਲਾ, ਅਮੀਰ। ਕਹਿੰਦੇ ਸਭ ਤੋਂ ਭਾਗਾਂ ਵਾਲਾ ਉਹ ਹੈ ਜਿਸ ਦੇ ਅੰਦਰ ਕੁਝ ਨਾਮ ਧਨ ਹੈ। ਅਸਲ 'ਚ ਕਹਿੰਦੇ ਉਹ ਨਾਮ ਧਨ ਦੀ ਪੂੰਜੀ ਭਗਤਾਂ ਨੂੰ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਬਖਸ਼ ਦਿੱਤੀ। ਅਖੁੱਟ ਨਾਮ ਧਨ ਕਦੇ ਨਖੁੱਟੈ ਨਾਹੀ,
ਕਹਿੰਦੇ ਫਿਰ ਇਹ ਨਾਮ ਧਨ ਐਸਾ ਜਿਸ ਵਿੱਚ ਕਦੇ ਤੋਟ ਨਹੀਂ ਆਉਂਦੀ। ਅਖੁੱਟ ਖਜ਼ਾਨਾ ਇਹ। ਹਰ ਖਜ਼ਾਨਾ ਜੇ ਆਪਾਂ ਲੋੜ ਤੋਂ ਵੱਧ ਵਰਤਾਂਗੇ ਤੇ ਘਟੇਗਾ, ਪਰ ਇਹ ਨਾਮ ਧਨ ਹੈ ਜਿਹੜਾ ਕਦੇ ਘਟਦਾ ਨਹੀਂ। ਜਿੰਨਾ ਇਹਨੂੰ ਵਰਤਾਂਗੇ ਉਹਨਾਂ ਵੱਧਦਾ ਜਾਵੇਗਾ। ਅਖੁੱਟ ਨਾਮ ਧਨ ਕਦੇ ਨਖੁੱਟੇ ਨਾਹੀਂ। ਕਹਿੰਦੇ ਇਹ ਕਦੇ ਵੀ ਨਾਮ ਧਨ, ਜਿੰਨਾ ਮਰਜੀ ਨਾਮ ਦਾ ਧਨ ਆਪਾਂ ਵੰਡਾਂਗੇ ਵਰਤਾਂਗੇ, ਇਹਨੇ ਵਧਣਾ ਹੈ, ਇਹਦੇ 'ਚ ਤੋਟ ਨਹੀਂ ਆਉਣੀ। ਜਿਹੜਾ ਘਟੇ ਨਾ ਜੀ ਉਹਨੂੰ ਕਹਿੰਦੇ ਅਖੁੱਟ। ਅਖੁੱਟ ਨਾਮ ਧਨ ਕਦੇ ਨਖੁੱਟੈ ਨਾਹੀਂ, ਕਿਨੈ ਨਾ ਕੀਮਤ ਹੋਏ। ਫਿਰ ਕਹਿੰਦੇ ਕਿਸੇ ਕੋਲੋਂ ਇਸ ਨਾਮ ਧਨ ਦੀ ਕੀਮਤ ਨਹੀਂ ਪਾਈ ਜਾਂਦੀ। ਨਾਮ ਦੇ ਇੱਕ ਕਿਣਕੇ ਦੀ ਵੀ ਕੋਈ ਕੀਮਤ ਨਹੀਂ ਦੱਸ ਸਕਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਬਚਨ ਹੈ ਮਹਾਰਾਜ ਜੀ ਦੇ। ਸਿਮਰਨ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਹਿੰਦੇ ਨਾਮ ਤੋਂ ਬਿਨਾ ਬਾਕੀ ਸਭ ਕੁਝ ਐਵੇਂ ਹੀ ਹੈ। ਇਸ ਕਰਕੇ ਨਾਮ ਦੇ ਇੱਕ ਕਿਣਕੇ ਮਾਤਰ ਦੀ ਵੀ ਕੋਈ ਕੀਮਤ ਨਹੀਂ ਦੱਸ ਸਕਦਾ ਗੁਰਮੁਖੋ। ਕਿਣਕਾ ਵੀ ਨਾਮ ਦਾ ਅਗਰ ਕਿਸੇ ਦੇ ਹਿਰਦੇ 'ਚ ਵਸਿਆ ਨਾ, ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਹਿੰਦੇ ਇੱਕ ਕਿਣਕਾ ਨਾਮ ਦਾ ਕਿਸੇ ਦੀ ਜਿੰਦ 'ਚ ਵਸ ਗਿਆ, ਉਸ ਦੀ ਮਹਿਮਾ ਕੋਈ ਦੱਸ ਨਹੀਂ ਸਕਦਾ। ਇਸ ਲਈ ਨਾਮ ਦੀ ਕੋਈ ਕੀਮਤ ਨਹੀਂ ਹੁੰਦੀ। ਕੋਈ ਕੀਮਤ ਅੱਜ ਤੱਕ ਨਾਮ ਦੀ ਪਾ ਹੀ ਨਹੀਂ ਸਕਿਆ। ਜਿਸ ਨਾਮ ਕਰਕੇ ਵੱਡੇ ਵੱਡੇ ਪਾਪੀਆਂ ਦਾ ਪਾਰ ਉਤਾਰਾ ਹੋ ਜਾਂਦਾ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ, ਸਿਮਰੰਤ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਕਹਿੰਦੇ ਵੱਡੇ ਵੱਡੇ ਪਾਪੀ ਜਿਹੜੇ ਸਨ, ਪਾਮਰਤਾਈ ਕਰਨ ਵਾਲੇ ਦੁਸ਼ਟ ਲੋਕ, ਜਿਨ੍ਹਾਂ ਨੂੰ ਤਾਂ ਕਦੇ ਵੀ ਭਲਾ ਨਹੀਂ ਸੋ ਸਕਦਾ, ਇਸ ਨਾਮ ਦੇ ਸਿਮਰਨ ਕਰਨ ਕਰਕੇ ਮਹਾਰਾਜ ਕਹਿੰਦੇ ਉਹ ਵੀ ਤਰ ਗਏ ਗੁਰਮੁਖੋ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਤਰ ਗਈ ਨਾ। ਬੈਕੁੰਠ ਗਈ ਬੇਬਾਨ ਚੜ, ਨਰਕਾਂ ਵਿੱਚ ਨਾ ਖਾਧੋ ਸੋ ਗੋਤਾ। ਅਖੀਰ ਤੇ ਕਹਿੰਦੇ ਬੇਬਾਨ ਚੜ ਬੈਕੁੰਠ ਨੂੰ ਗਈ, ਨਰਕਾਂ 'ਚ ਨਹੀਂ ਜਾਣਾ ਪਿਆ, ਸਿਰਫ ਇਸ ਨਾਮ ਕਰਕੇ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਸਤਾਰਾ। ਗੁਰੂ ਸਾਹਿਬ ਦੇ ਬਚਨ ਕਹਿੰਦੇ ਸਾਰੇ ਜਗਤ ਨੂੰ ਪਤਾ ਸੀ ਅਜਾਮਲ ਪਾਪੀ ਹੈ, ਪਰ ਜਦੋਂ ਉਹਨੇ ਨਾਮ ਜਪਣਾ ਸ਼ੁਰੂ ਕੀਤਾ, ਨਿਮਕ ਮਾਤਰ 'ਚ ਨਸਤਾਰਾ ਹੋ ਗਿਆ। ਇਸ ਕਰਕੇ ਕੌਣ ਨਾਮ ਦੀ ਕੀਮਤ ਦੱਸਿਓ ਗੁਰਮੁਖੋ? ਕੌਣ ਪਾ ਸਕਦਾ ਇਹਦੀ ਕੀਮਤ? ਅਖੁੱਟ ਨਾਮ ਧਨ ਕਦੇ ਨਖੁੱਟਿਆ ਨਾਹੀਂ, ਕਿਨੈ ਨਾ ਕੀਮਤ ਹੋਏ। ਕਿਸੇ ਕੋਲੋਂ ਇਹਦੀ ਕੀਮਤ ਪਾਈ ਨਹੀਂ ਜਾਂਦੀ। ਨਾਮ ਧਨ ਮੁਖ ਉਜਲੇ ਹੋਏ। ਕਹਿੰਦੇ ਜਿਨ੍ਹਾਂ ਨੇ ਨਾਮ ਧਨ ਇਕੱਤਰ ਕੀਤਾ ਗੁਰਮੁਖੋ, ਉਹਨਾਂ ਦੇ ਮੁਖ ਉਜਲੇ ਹੁੰਦੇ ਲੋਕ ਪਰਲੋਕ ਵਿੱਚ। ਜਿਨ੍ਹਾਂ ਦੇ ਪੱਲੇ ਕੁਝ ਨਾਮ ਦਾ ਧਨ ਹੈ, ਉਹਨਾਂ ਦੇ ਮੁਖ ਦੋਨਾਂ ਲੋਕਾਂ 'ਚ ਉਜਲੇ ਨੇ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬਸ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੇ ਮੁਖ ਉਜਲੇ ਹੈ, ਜਿਨ੍ਹਾਂ ਦੇ ਕੋਲ ਕੁਝ ਨਾਮ ਦਾ ਧਨ ਹੈ। ਸੰਸਾਰੀ ਧਨ ਵਾਲੇ ਤਾਂ ਬਹੁਤ ਲੋਕ ਸਾਧ ਸੰਗਤ ਦੀ ਦੁਨੀਆ ਤੇ ਆਏ ਤੇ ਗਏ, ਕਦੀ ਕਿਸੇ ਨੇ ਨਹੀਂ ਆਖਿਆ ਵੀ ਇਹਦਾ ਮੁਖ ਉਜਲਾ ਸੀ। ਬਲਕਿ ਜਪਜੀ ਸਾਹਿਬ 'ਚ ਮਹਾਰਾਜ ਨੇ ਇਹ ਜ਼ਰੂਰ ਬਚਨ ਕੀਤੇ ਨੇ, ਜੇ ਜੋ ਵਿਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਕਹਿੰਦੇ ਇੰਨਾ ਕਿਸੇ ਦਾ ਨਾਮ ਚੱਲਦਾ ਹੋਵੇ, ਲੱਖਾਂ ਲੋਕ ਉਹਦੇ ਮਗਰ ਤੁਰਦੇ ਹੋਣ, ਲੰਬੀ ਉਹਦੀ ਉਮਰ ਹੋਵੇ, ਪਦਾਰਥਾਂ ਦੀ ਕਮੀ ਨਾ ਹੋਵੇ, ਪਰ ਜੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਨਹੀਂ ਪਈ, ਕਿਸੇ ਨੇ ਬਾਤ ਨਹੀਂ ਪੁੱਛਣੀ। ਸਿਰਫ ਇੱਕ ਨਾਮ ਧਨ ਕਰਕੇ ਮੁੱਖ ਉਜਲਾ ਹੁੰਦਾ। ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਕਹਿੰਦੇ ਉਸ ਹਰੀ ਨੂੰ ਪ੍ਰਾਪਤ ਕਰ ਲੈਂਦੇ ਸਿਰਫ ਇਸ ਨਾਮ ਜਪਣ ਕਰਕੇ। ਪ੍ਰਮਾਤਮਾ ਦੇ ਨਾਮ ਦੀ ਬਰਕਤ ਹੈ ਵੀ ਉਹ ਪ੍ਰਮਾਤਮਾ ਵਸ 'ਚ ਆ ਜਾਂਦਾ। ਤੂੰ ਭਗਤਾਂ ਕਾ ਵਸ, ਭਗਤਾਂ ਤਾਣ ਤੇਰਾ। ਕਹਿੰਦੇ ਤੂੰ ਭਗਤਾਂ ਦੇ ਵਸ 'ਚ ਹੋ ਗਿਆ ਪ੍ਰਮਾਤਮਾ। ਜਿਨ੍ਹਾਂ ਭਗਤਾਂ ਨੂੰ ਤੇਰਾ ਹੀ ਆਸਰਾ ਸੀ, ਤੇਰਾ ਹੀ ਆਸਰਾ ਲੈ ਕੇ, ਤੇਰੇ ਆਸਰੇ ਤੇ ਰਹਿਣ ਵਾਲਿਆਂ ਨੇ ਤੈਨੂੰ ਜਪ ਕੇ ਆਪਣੇ ਵਸ 'ਚ ਕਰ ਲਿਆ। ਕਿੰਨੀ ਕਮਾਲ ਦੀ ਗੱਲ। ਕਹਿੰਦੇ ਉਹ ਭਗਤਾਂ ਨੂੰ ਆਸਰਾ ਕਿਸ ਦਾ ਸੀ? ਤੇਰਾ। ਤੈਨੂੰ ਜਪ ਕੇ, ਤੇਰੇ ਤੋਂ ਹੀ ਨਾਮ ਲੈ ਕੇ ਤੈਨੂੰ ਜਪ ਕੇ ਹੁਣ ਉਹ ਤੈਨੂੰ ਵਸ ਕਰੀ ਬੈਠੇ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਕਹਿੰਦੇ ਮੇਰਾ ਮਨ ਗੁਰੂ ਦੇ ਉਪਦੇਸ਼ ਨਾਲ ਹਰੀ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਦਾ ਉਪਦੇਸ਼ ਗ੍ਰਹਿਣ ਕਰ। ਤੇ ਗੁਰੂ ਸਾਹਿਬ ਦਾ ਉਪਦੇਸ਼ ਹੈ ਸਾਸ ਸਾਸ ਸਿਮਰੋ ਗੋਬਿੰਦ। ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨ ਕੀਜੈ ਢੀਲਾ। ਗੁਰੂ ਸਾਹਿਬ ਦਾ ਉਪਦੇਸ਼ ਹੈ ਆਇਓ ਸੁਣਨ ਪੜਨ ਕਉ ਬਾਣੀ,
ਨਾਮ ਵਸਾਰ ਲੱਗਿਆ ਨ ਲਾਲਚ ਬਿਰਥਾ ਜਨਮ ਪ੍ਰਾਣੀ। ਕਹਿੰਦੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਸ਼ਬਦ ਦਾ ਅਰਥ ਹੁੰਦਾ ਉਪਦੇਸ਼। ਮੇਰਿਆ ਮਨਾ, ਹਰੀ ਦੀ ਪ੍ਰਾਪਤੀ ਗੁਰੂ ਦੇ ਉਪਦੇਸ਼ ਦੁਆਰਾ ਹੁੰਦੀ, ਗੁਰੂ ਦੇ ਸ਼ਬਦ ਦੁਆਰਾ। ਬਿਨ ਸ਼ਬਦਿਆ ਜੱਗ ਭੁੱਲਦਾ ਫਿਰਦਾ। ਕਹਿੰਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਤੇ ਜੱਗ ਭੁੱਲਿਆ ਫਿਰਦਾ, ਸਾਰਾ ਸੰਸਾਰ ਹੀ ਭੁੱਲਾ ਫਿਰਦਾ। ਦਰਗਾਹ ਮਿਲਿਆ ਸਜਾਏ। ਕਹਿੰਦੇ ਫਿਰ ਦਰਗਾਹ 'ਚ ਸਜ਼ਾ ਮਿਲਦੀ ਹੈ। ਸ਼ਬਦ ਦੇ ਅਭਿਆਸ ਤੋਂ ਬਿਨਾਂ ਦਰਗਾਹ ਵਿੱਚ ਸਜ਼ਾ ਮਿਲਦੀ, ਸਜ਼ਾ। ਕਿੱਡਾ ਵੱਡਾ ਬੰਦਾ ਚਾਤਰ ਹੋਵੇ, ਚਲਾਕ ਹੋਵੇ, ਧਨੀ ਹੋਵੇ, ਫੌਜਾਂ ਦਾ ਮਾਲਕ ਹੋਵੇ, ਅਕਲ ਵਾਲਾ ਹੋਵੇ, ਇੱਥੋਂ ਤੱਕ ਵੀ ਵਿਦਵਾਨ ਵੀ ਹੋਵੇ, ਬਹੁਤ ਵੱਡਾ ਵਿਦਵਾਨ ਹੋਵੇ, ਪਰ ਜੇ ਨਾਮ ਨਹੀਂ ਜਪਦਾ, ਕਹਿੰਦੇ ਗੁਰਮੁਖੋਂ ਨੂੰ ਜਮਾਂ ਦੀ ਮਾਰ ਪੈਣੀ, ਬਚ ਨਹੀਂ ਸਕਦਾ, ਬਚ ਹੀ ਨਹੀਂ ਸਕਦਾ। ਵਿਦਵਾਨ ਪੁਰਸ਼ਾਂ ਦੇ ਬਚਨ ਉਹ ਕਹਿੰਦੇ, ਦੋ ਦੋ ਪੜਤ ਪੜਤ ਬਹੁ ਥਾਕਿਓ, ਤਿੰਨ ਤਿੰਨ ਨਿਸ ਦਿਨ ਬਾਚਤ ਰਾਖੇ, ਨੌ ਨੌ ਪੜਤ ਭਏ ਅਤ ਪੰਡਤ, 13 14 ਭਾਖੇ। ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੈ ਬਿਦ ਲਾਖੈ। ਇਤਨਾ ਪੰਡਤ ਹੋਏ ਜੇ ਬਾਲਮ, ਨਾਮ ਬਿਨਾ ਜਮ ਕਾ ਡੰਡ ਚਾਖੇ। ਏਡਾ ਵੱਡਾ ਪੰਡਤ ਕਹਿੰਦੇ ਵਿਦਵਾਨ ਨੂੰ, ਕਹਿੰਦੇ ਏਡਾ ਵੱਡਾ ਵਿਦਵਾਨ ਸੀ ਜਿਹਨੂੰ ਚਾਰੇ ਵੇਦ ਕੰਠ ਸਨ। ਦੋ ਦੋ ਪੜਤ ਪੜਤ ਬਹੁਤ ਥਾਕਿਓ, ਦੋ ਤੇ ਦੋ ਚਾਰ, ਚਾਰ ਵੇਦ ਪੜ ਪੜ ਕੇ ਉਹਨੇ ਕੰਠ ਕਰ ਲਏ ਸੀ, ਬਲਕਿ ਪੜ ਪੜ ਕੇ ਥੱਕ ਹੀ ਗਿਆ ਸੀ। ਤਿੰਨ ਤਿੰਨ ਨਿਸ ਦਿਨ ਬਾਚਤ ਰਾਖੇ, ਤਿੰਨ ਤੇ ਤਿੰਨ ਛੇ ਛੇ ਸ਼ਾਸਤਰ ਦਿਨੇ ਰਾਤ ਵਾਚਦਾ ਰਹਿੰਦਾ ਸੀ, ਏਡਾ ਵੱਡਾ ਵਿਦਵਾਨ। ਨੌ ਨੌ ਪੜਤ ਭਏ ਅਤ ਪੰਡਤ। ਕਹਿੰਦੇ 9 ਤੇ 9 18 ਪ੍ਰਾਣ ਪੜ ਪੜ ਕੇ ਵੱਡਾ ਵਿਦਵਾਨ ਬਣ ਗਿਆ, ਬਹੁਤ ਵੱਡਾ ਵਿਦਵਾਨ। ਸਾਰੀ ਗੀਤਾ ਕੰਠ ਕੀਤੀ, ਸਾਰੇ ਗ੍ਰੰਥ ਜ਼ਬਾਨੀ ਆਉਂਦੇ, ਸਾਰੇ ਅਰਥ ਕਰ ਲੈਂਦਾ ਹੁਣ, ਪਰ ਫਿਰ ਵੀ ਕਹਿੰਦੇ ਨੇ ਇਤਨਾ ਪੰਡਤ ਹੋਏ ਜੇ ਬਾਲਮ, ਨਾਮ ਬਿਨਾ ਜਮ ਕਾ ਡੰਡ ਚਾਖੇ। ਕਹਿੰਦੇ ਏਡਾ ਵੱਡਾ ਵਿਦਵਾਨ ਵੀ ਹੈ, ਜੇ ਨਾਮ ਨਹੀਂ ਜਪਦਾ ਤੇ ਡੰਡੇ ਜਮਾਂ ਦੇ ਹੀ ਵੱਜਣਗੇ, ਬਚ ਨਹੀਂ ਸਕਦਾ। ਸਿਰਫ ਨਾਮ ਕਰਕੇ ਪਾਰ ਉਤਾਰਾ ਹੈ। ਕੱਲਾ ਵਿਦਵਾਨ ਹੋਵੇ ਕੋਈ ਤੇ ਵਿਦਿਆ ਨੇ ਪਾਰ ਨਹੀਂ ਉਤਾਰ ਦੇਣਾ ਗੁਰਮੁਖੋ। ਮਹਾਰਾਜ ਦਾ ਬਚਨ ਕਹਿੰਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਵਿਦਿਆ ਦੀ ਵਿਚਾਰ ਕੀਤੀ ਹੈਗੀ ਹੈ ਤੇ ਫਿਰ ਪਰਉਪਕਾਰੀ ਚਾਹੀਦਾ ਸਾਤੋਂ। ਤਾਂ ਪਹਿਲਾਂ ਆਪਣੇ ਤੇ ਪਰਉਪਕਾਰ ਕਰ, ਨਾਮ ਜਪ। ਪਹਿਲਾਂ ਆਪਣੀ ਜਿੰਦ ਦਾ ਤਾਂ ਭਲਾ ਕਰ, ਫਿਰ ਦੂਸਰਿਆਂ ਦੀ ਗੱਲ ਚੱਲਣੀ। ਇਸ ਲਈ ਕਹਿੰਦੇ ਗੁਰਮੁਖੋ, ਨਾਮ ਤੋਂ ਬਿਨਾਂ ਤੇ ਜਮਾਂ ਦੇ ਵਸ ਪੈਣਾ ਪੈਂਦਾ। ਹਾਂ, ਨਾਮ ਵਿਦਵਾਨ ਵੀ ਜਪੇ ਤੇ ਭਾਵੇਂ ਅਨਪੜ੍ਹ ਵੀ ਜਪੇ, ਦੋਵਾਂ ਦਾ ਜਪਣ ਕਰਕੇ ਭਲਾ ਹੋਣਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜਿਹੜਾ ਗੋਬਿੰਦ ਨੂੰ ਧਿਆਵੇਗਾ ਉਹ ਭਾਵੇਂ ਪੜ੍ਹਿਆ ਲਿਖਿਆ ਭਾਵੇਂ ਅਨਪੜ੍ਹ ਹੈ, ਉਸੇ ਨੇ ਪਰਮਾਤਮਾ ਦੇ ਚਰਨਾਂ 'ਚ ਜਾਣਾ, ਦੂਸਰੇ ਨੇ ਨਹੀਂ। ਨਹੀਂ ਤੇ ਕਈਆਂ ਨੂੰ ਤਾਂ ਮਹਾਰਾਜ ਨੇ ਇਹ ਵੀ ਆਖਿਆ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਕਹਿੰਦੇ ਪੜ੍ਹੇ ਲਿਖੇ ਮੂਰਖ ਵੀ ਹੁੰਦੇ ਕਈ, ਲੱਭ ਲੋਭ ਹੁੰਦਾ, ਲੇਕਿਨ ਪ੍ਰਮਾਤਮਾ ਦਾ ਨਾਮ ਨਹੀਂ ਜਪਣਗੇ, ਤਰਕਾਂ ਕਰਨਗੇ ਸਗੋਂ ਨਾਮ ਤੇ, ਸਵਾਲ ਉਠਾਉਣਗੇ ਨਾਮ ਜਪਣ ਵਾਲਿਆਂ ਤੇ। ਫਿਰ ਉਸ ਪੜ੍ਹਾਈ ਦਾ ਪ੍ਰਮਾਤਮਾ ਦੀ ਦਰਗਾਹ 'ਚ ਕੋਈ ਮੁੱਲ ਨਹੀਂ ਹੈਗਾ ਗੁਰਮੁਖੋ। ਉੱਥੇ ਸਿਰਫ ਨਾਮ ਦੀ ਹੀ ਵਡਿਆਈ ਹੈ। ਨਾਮ ਜਪਣ ਕਰਕੇ ਪਾਰ ਉਤਾਰਾ। ਉਹ ਪੜ੍ਹਿਆ ਲਿਖਿਆ ਵੀ ਜਪ ਕੇ ਪਾਰ ਉਤਰ ਸਕਦਾ, ਅਨਪੜ੍ਹ ਵੀ ਉਤਰ ਸਕਦਾ, ਉਹਦੇ 'ਚ ਕੋਈ ਕਿਸੇ ਨੂੰ ਪਾਬੰਦੀ ਨਹੀਂ ਹੈਗੀ। ਇਹ ਨਹੀਂ ਹੈ ਵੀ ਜਿਵੇਂ ਸੂਦਰ ਦੇ ਕੰਨਾਂ 'ਚ ਪਾਈ ਨਹੀਂ ਸੀ ਦਿੰਦੇ, ਪੜ੍ਹ ਹੀ ਨਹੀਂ ਸੀ ਸਕਦਾ ਬ੍ਰਹਮ ਵਿਦਿਆ। ਇੱਥੋਂ ਤੱਕ ਵੀ ਸ਼ੂਦਰ ਰੱਬ ਵੀ ਨਹੀਂ ਸੀ ਕਰ ਸਕਦਾ, ਜਪ ਹੀ ਨਹੀਂ ਸੀ ਸਕਦਾ ਪ੍ਰਮਾਤਮਾ ਨੂੰ। ਕਹਿੰਦੇ ਸੰਬੂਕ ਦਾ ਸਿਰ ਸਿਰਫ ਇਸੇ ਕਰਕੇ ਲਾ ਦਿੱਤਾ ਸੀ ਵੀ ਭਗਤੀ ਕਿਉਂ ਕਰਦਾ ਪਿਆ, ਤੂੰ ਤੇ ਸ਼ੂਦਰ ਹੈ। ਸ਼ੂਦਰ ਨੂੰ ਅਧਿਕਾਰ ਹੀ ਨਹੀਂ ਸੀ। ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਸਰਬ ਸਾਂਝੀ ਬਾਣੀ ਉਚਾਰਨ ਕੀਤੀ। ਇਹਨੂੰ ਭਾਵੇਂ ਸ਼ੂਦਰ ਪੜ੍ਹੇ, ਭਾਵੇਂ ਕੋਈ ਉੱਚੀ ਜਾਤ ਦਾ ਪੜ੍ਹੇ, ਗਰੀਬ ਅਮੀਰ, ਰਾਜਾ ਪ੍ਰਜਾ, ਮਰਦ ਇਸਤਰੀ, ਬੱਚਾ ਬਜ਼ੁਰਗ, ਜਿਹੜਾ ਮਰਜ਼ੀ ਪੜ੍ਹ ਸਕਦਾ। ਇਹਦੇ 'ਚ ਕੋਈ ਪਾਬੰਦੀ ਨਹੀਂ ਹੈ, ਹਰੇਕ ਦਾ ਭਲਾ ਕਰਦੀ ਹੈ, ਸਭ ਦਾ ਭਲਾ। ਬਿਨ ਸ਼ਬਦਿਆ ਜਗ ਭੁੱਲਦਾ ਫਿਰਦਾ, ਦਰਗਾਹ ਮਿਲੇ ਸਜਾਏ। ਕਹਿੰਦੇ ਬਿਨਾਂ ਸ਼ਬਦ ਦੇ ਅਭਿਆਸ ਤੋਂ ਜਗਤ ਗੁਰਮੁਖੋ ਭੁੱਲਿਆ ਫਿਰਦਾ ਜੇ, ਦਰਗਾਹ 'ਚ ਸਜ਼ਾ ਮਿਲਦੀ। ਬਿਨਾਂ ਨਾਮ ਅਭਿਆਸ ਤੋਂ, ਬਿਨਾਂ ਸ਼ਬਦ ਜਪੇ ਤੋਂ
ਦਰਗਾਹ 'ਚ ਸਜ਼ਾ ਮਿਲੇਗੀ, ਕਿਉਂਕਿ ਬਿਨਾਂ ਉਪਦੇਸ਼ ਤੋਂ ਜਗਤ ਭੁੱਲਿਆ ਹੀ ਫਿਰਦਾ ਸਾਰਾ। ਰਹਾਉ ਵਿਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ। ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ, ਕਹਿੰਦੇ ਇਸ ਸਰੀਰ ਵਿੱਚ ਪੰਜ ਚੋਰ ਵਸਦੇ ਗੁਰਮੁਖੋ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੇ ਚੋਰ ਤੇਰੇ ਸਰੀਰ ਵਿੱਚ ਹੈ। ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤਾ। ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੂਝੈ, ਕਹਿੰਦੇ ਅੰਦਰੋਂ ਤੇਰੇ ਅੰਮ੍ਰਿਤ ਲੁੱਟ ਰਹੇ ਨੇ ਇਹ, ਪਰ ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਆਉਂਦੀ ਸਾਰੀ ਉਮਰ ਵੀ ਇਹ ਕੀ ਉਜਾੜਾ ਪਾਈ ਜਾਂਦੇ ਮੇਰੇ ਅੰਦਰ। ਹੈਰਾਨੀ ਇਸ ਗੱਲ ਦੀ ਹੈ ਭਈ ਇਸ ਦੇਹੀ ਅੰਦਰ ਹੀ ਨਾਮ ਹੈ, ਇਸੇ 'ਚ ਹੀ ਆਤਮ ਵਸਤੂ ਹੈ, ਇਸੇ 'ਚ ਹੀ ਪੰਜ ਚੋਰ ਨੇ। ਤੇ ਇਸੇ ਕਰਕੇ ਫਿਰ ਅੰਦਰ ਹੀ ਇਹ ਖਲਾਰਾ ਪਾ ਕੇ ਕਹਿੰਦੇ ਤੇਰਾ ਅੰਦਰੋਂ ਅੰਮ੍ਰਿਤ ਲੁੱਟ ਰਹੇ ਨੇ, ਪਰ ਤੈਨੂੰ ਸੋਝੀ ਨਹੀਂ ਹੈਗੀ, ਪਤਾ ਹੀ ਨਹੀਂ। ਸੁੱਤੇ ਪਏ ਬੰਦੇ ਨੂੰ ਕੀ ਪਤਾ ਹੁੰਦਾ ਵੀ ਘਰੋਂ ਕੋਈ ਕੀ ਲੈ ਗਿਆ ਜੀ? ਜਾਗਦਾ ਹੀ ਆਪਣੇ ਘਰ ਨੂੰ ਲੁੱਟਣ ਤੋਂ ਬਚਾ ਸਕਦਾ ਨਾ, ਸੁੱਤੇ ਪਏ ਦਾ ਤਾਂ ਲੁੱਟ ਲੈਂਦੇ ਨੇ ਲੋਕ। ਭਾਈ ਗੁਰਦਾਸ ਜੀ ਨੇ ਆਖਿਆ ਨਾ, ਜੈਸੇ ਘਰ ਲਾਗੇ ਆਗ ਜਾਗ ਕੋ ਆਖੂਦਿਓ ਚਾਹੇ। ਜੇ ਕੋਈ ਜਾਗੇਗਾ ਤੇ ਗੁਰਮੁਖੋ ਕੋਈ ਯਤਨ ਕਰੇਗਾ ਤਾਂ ਫਿਰ ਉਹ ਆਪਣੇ ਘਰ ਨੂੰ ਬਚਾ ਸਕਦਾ, ਨਹੀਂ ਤੇ ਨਹੀਂ। ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਣ ਕਰਕੇ ਮਹਾਰਾਜ ਕਹਿੰਦੇ ਨੇ ਪਤਾ ਨਹੀਂ ਲੱਗਦਾ ਵੀ ਮੇਰੇ ਅੰਦਰੋਂ ਇਹ ਸਾਰਾ ਕੁਝ ਲੁੱਟੀ ਜਾ ਰਹੇ ਨੇ। ਇਹਨਾਂ ਨੇ ਸਭ ਆਤਮ ਵਸਤੂ ਮੇਰੀ ਜਿਹੜੀ ਹੈ, ਸਭ ਸ਼ੁਭ ਗੁਣ ਹੌਲੀ ਹੌਲੀ ਖਤਮ ਕਰ ਦਿੱਤੇ। ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ। ਚੋਰ ਦਾ ਕੰਮ ਹੀ ਹੁੰਦਾ ਸਾਧ ਸੰਗਤ ਜੀ ਲੁੱਟਣਾ, ਚੁਰਾਉਣਾ, ਚੋਰੀ ਕਰਨੀ। ਕਹਿੰਦੇ ਚੋਰੀ ਕਰ ਰਹੇ ਤੇਰੇ ਅੰਦਰ ਸ਼ੁਭ ਗੁਣਾਂ ਦੀ ਇਹ, ਕਿਉਂਕਿ ਜਦੋਂ ਇਹਨਾਂ ਦੇ ਅਧੀਨ ਬੰਦਾ ਹੋ ਜਾਂਦਾ ਫਿਰ ਸਤ ਸੰਤੋਖ ਦਇਆ ਧਰਮ ਵਿਚਾਰ ਖਿਮਾ ਅਹਿੰਸਾ ਇਹ ਕਿੱਥੇ ਰਹਿ ਜਾਂਦੇ? ਸ਼ੁਭ ਗੁਣ ਤਾਂ ਕੋਈ ਵੀ ਨਹੀਂ, ਹੌਲੀ ਹੌਲੀ ਸਾਰੇ ਹੀ ਖਤਮ ਕਰ ਦਿੰਦੇ ਇਹ। ਕਿਉਂ? ਪੰਜ ਹੀ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਹੁਣ ਜੇ ਲੋਭ ਹੈ ਤੇ ਸੰਤੋਖ ਕਿੱਥੋਂ ਰਹਿ ਜਾਏਗਾ? ਸੰਤੋਖ ਲੈ ਕੇ ਲੁੱਟ ਕੇ ਇਹ। ਜੇ ਕਾਮ ਹੈ, ਸਤ ਕਿੱਥੋਂ ਰਹਿ ਗਿਆ? ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸ਼ੁਭ ਗੁਣ ਨੇ, ਫਿਰ ਖਤਮ ਕਰ ਦਿੱਤਾ ਇਹਨਾਂ ਨੇ ਤਾਂ ਇਹ। ਜੇ ਹੰਕਾਰੀ ਹੈ ਤੇ ਦਇਆ ਕਿੱਥੋਂ ਆ ਜਾਏਗੀ? ਕਠੋਰ ਹੁੰਦਾ ਹੰਕਾਰੀ ਬੰਦਾ। ਇਸ ਲਈ ਕਹਿੰਦੇ ਤੇਰੇ ਸਾਰੇ ਸ਼ੁਭ ਗੁਣ ਤੇ ਇਹਨਾਂ ਨੇ ਜਿਹੜੇ ਅੰਮ੍ਰਿਤ ਵਰਗੇ ਉਹ ਤਾਂ ਲੁੱਟ ਲਏ, ਸੋਝੀ ਨਹੀਂ ਆਈ ਤੈਨੂੰ ਫਿਰ ਸਾਰੀ ਉਮਰ। ਅੰਮ੍ਰਿਤ ਲੁੱਟਿਆ ਮਨਮੁਖ ਨਹੀਂ ਬੂਝਿਆ, ਕੋਈ ਨਾ ਸੁਣਿਆ ਪੁਕਾਰਾ। ਕਹਿੰਦੇ ਜਦੋਂ ਤੁਰੇਂਗਾ ਸੰਸਾਰ ਤੋਂ ਫਿਰ ਤੇਰੀ ਪੁਕਾਰ ਕਿਸੇ ਨੇ ਨਹੀਂ ਸੁਣਨੀ, ਉਸ ਵੇਲੇ ਕੋਈ ਨਹੀਂ ਸੁਣੇਗਾ ਤੇਰੀ ਫਰਿਆਦ। ਅੰਧਾ ਜਗਤ ਅੰਧ ਵਰਤਾਰਾ ਬਾਝ ਗੁਰੂ ਗੁਬਾਰਾ। ਕਹਿੰਦੇ ਅੰਨਾ ਅਗਿਆਨੀ ਹੋਇਆ ਜਗਤ ਅੰਨਿਆਂ ਵਾਲਾ ਵਰਤਾਰਾ ਕਰਦਾ ਪਿਆ, ਅਗਿਆਨੀਆਂ ਵਾਲਾ ਵਰਤਾਰਾ। ਅੰਧੇ ਦਾ ਮਤਲਬ ਇੱਥੇ ਅਗਿਆਨੀ ਹੈ। ਜਿਵੇਂ ਜਿਸ ਦੇ ਨੇਤਰ ਕੰਮ ਨਹੀਂ ਕਰਦੇ ਉਹਨੂੰ ਕੁਝ ਨਹੀਂ ਦਿਸਦਾ ਹੁੰਦਾ, ਇਸੇ ਤਰ੍ਹਾਂ ਕਹਿੰਦੇ ਜਿਹੜਾ ਗਿਆਨੀ ਹੈ ਉਹਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸਲ ਵਿੱਚ ਮੇਰੇ ਕੋਲ ਪਾਪ ਹੋ ਰਿਹਾ ਕਿ ਪੁੰਨ, ਪ੍ਰਵਾਹ ਹੀ ਨਹੀਂ ਕਰਦਾ। ਅੰਧਾ ਜਗਤ ਅੰਧ ਵਰਤਾਰਾ ਬਾਝ ਗੁਰੂ ਗੁਬਾਰਾ। ਕਹਿੰਦੇ ਗੁਰੂ ਤੋਂ ਬਿਨਾ ਇਹ ਕੁੱਪ ਹਨੇਰਾ ਇਹਦੇ ਅਗਿਆਨੀ ਦੇ ਅੰਦਰ ਹੁੰਦਾ, ਇਸ ਕਰਕੇ ਇਹਨੂੰ ਸੋਝੀ ਨਹੀਂ, ਕਿਉਂਕਿ ਹਨੇਰੇ 'ਚ ਦਿਸਦਾ ਕੁਝ ਨਹੀਂ। ਇਸੇ ਤਰ੍ਹਾਂ ਗਿਆਨ ਦੇ ਹਨੇਰੇ 'ਚ ਕੁਝ ਨਹੀਂ ਦਿਸਦਾ ਹੁੰਦਾ ਵੀ ਮੈਂ ਅਸਲ 'ਚ ਪਾਪ ਕਰ ਰਿਹਾ ਕਿ ਪੁੰਨ ਚੰਗਾ ਹੋ ਰਿਹਾ ਕਿ ਮਾੜਾ। ਉਹਨੂੰ ਮਾੜੇ ਤੇ ਚੰਗੇ 'ਚ ਫਰਕ ਹੀ ਨਹੀਂ ਲੱਗਦਾ, ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਹਨੇਰਾ ਅੰਦਰ ਅਗਿਆਨ ਹੈ। ਅਗਿਆਨ ਕਰਕੇ ਜੇ ਉਹਨੂੰ ਕੋਈ ਸਿੱਖਿਆ ਦੇਵੇ ਵੀ ਤਾਂ ਅੱਗੇ ਉਹ ਆਖੇਗਾ ਨਹੀਂ ਮੈਨੂੰ ਲੋੜ ਨਹੀਂ ਤੇਰੇ ਉਪਦੇਸ਼ ਦੀ। ਅੰਧਾ ਜਗਤ ਅੰਧ ਵਰਤਾਰਾ ਬਾਝ ਗੁਰੂ ਗੁਬਾਰਾ। ਕਹਿੰਦੇ ਗੁਰੂ ਸਾਹਿਬ ਕਿਰਪਾ ਕਰਕੇ ਅੰਦਰਣਾ ਕਰਦੇ। ਇਹ ਗਿਆਨ ਹੀ ਬਖਸ਼ਿਆ ਨਾ ਮਹਾਰਾਜ ਨੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਮਹਾਰਾਜ ਨੇ ਤਾਂ ਦੱਸ ਦਿੱਤਾ। ਹੁਣ ਗਿਆਨ ਹੋਵੇਗਾ ਇਸ ਸ਼ਬਦ ਦਾ ਤੇ ਫਿਰ ਬੰਦਾ ਸੋਚੇਗਾ ਵੀ ਮਹਾਰਾਜ ਨੇ ਆਖਿਆ ਝੂਠ ਨਹੀਂ ਬੋਲਣਾ ਭਾਈ, ਧਰਮ ਦੀ ਕਮਾਈ ਕਰਨੀ, ਸੱਚ ਬੋਲਣਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰੂ ਦੱਸਿਆ ਵਾਟ ਮਰੀਦਾ ਜੋਲੀਆ। ਜੋ ਗੁਰੂ ਨੇ ਰਸਤਾ ਦੱਸਿਆ ਤੂੰ ਮਰੀਦ ਹੈ ਗੁਰੂ ਦਾ ਤੇ ਫਿਰ ਉਹਦੇ ਤੇ ਚੱਲ। ਤੇ ਗੁਰੂ ਨੇ ਤੇ ਆਖਿਆ ਝੂਠ ਨਾ ਬੋਲ ਫਿਰ ਭਾਈ, ਪਰ ਜੇ ਝੂਠ ਵਿੱਚੋਂ ਰਸ ਆਉਣ ਲੱਗ ਪਏ ਤਾਂ ਫਿਰ ਬਿਨਾਂ ਵਜ੍ਹਾ, ਕਿਉਂਕਿ ਇਹ ਆਦਤ ਹੁੰਦੀ ਇੱਕ ਵਾਰੀ ਪੈ ਜਾਏ ਤੇ ਕਹਿੰਦੇ ਨੇ ਫਿਰ ਇਹ ਗੁਰੂ ਸਾਹਿਬ ਬਚਾਉਣ ਤਾਂ, ਨਹੀਂ ਤੇ ਸਮਝ ਨਹੀਂ ਆਉਂਦੀ ਬੰਦੇ ਨੂੰ। ਅੰਮ੍ਰਿਤ ਲੁੱਟਿਆ ਮਨਮੁਖ ਨਹੀਂ ਬੂਝਿਆ।
ਜੇ ਆਦਤ ਪੈ ਜਾਏ ਤਾਂ ਝੂਠ ਬੋਲਣ ਦੀ ਵੀ ਨਿੰਦਾ ਕਰਨ ਦੀ ਆਦਤਾਂ ਹੀ ਹੁੰਦੀਆਂ। ਕਹਿੰਦੇ ਕਿਸੇ ਨੂੰ ਝੂਠ ਬੋਲਣ ਦੀ ਆਦਤ ਸੀ, ਮਜਬੂਰ ਸੀ, ਤਾਂ ਉਹਨੂੰ ਲੋਕਾਂ ਨੇ ਇਸ ਗੱਲ ਤੋਂ ਦੁਖੀ ਹੋ ਕੇ ਤੇ ਪਿੰਡੋਂ ਕੱਢਤਾ। ਸਮਝਣ ਵਾਸਤੇ ਹੁੰਦੀ ਸਿਰਫ ਗੱਲ। ਉਹ ਦੂਰ ਕਿਸੇ ਪਿੰਡ ਚਲੇ ਗਿਆ, ਜਾ ਕੇ ਉਹਨੇ ਕਿਸੇ ਨੂੰ ਆਖਿਆ ਵੀ ਮੈਨੂੰ ਨੌਕਰ ਰੱਖ ਲਓ, ਤੇ ਉਹ ਕਹਿੰਦੇ ਹਾਂ ਲੋੜ ਤਾਂ ਸਾਨੂੰ ਹੈਗੀ, ਚੱਲ ਰੱਖ ਲੈਨੇ। ਕਿੰਨੀ ਤਨਖਾਹ ਲੈ? ਕਹਿੰਦਾ ਤਨਖਾਹ ਕੋਈ ਨਹੀਂ, ਪ੍ਰਸ਼ਾਦਾ ਛਕਾਂਗਾ ਤੇ ਤਨਖਾਹ ਤੁਸੀਂ ਇਹੋ ਸਮਝ ਲਓ ਵੀ 6 ਮਹੀਨਿਆਂ ਬਾਅਦ ਇੱਕ ਝੂਠ ਬੋਲਿਆ ਕਰਾਂਗਾ। ਉਹ ਬੜੇ ਖੁਸ਼ ਹੋਏ, ਕਹਿੰਦੇ ਭਾਵੇਂ ਸਾਡੇ ਵੱਲੋਂ 3 ਮਹੀਨਿਆਂ ਬਾਅਦ ਬੋਲਿਆ ਕਰ, ਕੋਈ ਗੱਲ ਨਹੀਂ, ਵੀ ਇਕੱਲੇ ਪ੍ਰਸ਼ਾਦੇ ਤੇ ਰਹਿਣਾ। ਉਹਨਾਂ ਰੱਖ ਲਿਆ ਜੀ। ਉਹ ਲੱਗ ਪਿਆ ਕੰਮ ਵੀ ਬੜਾ ਕਰੇ, ਸਿਰਫ ਪ੍ਰਸ਼ਾਦਾ ਛਕੇ, ਤੇ ਬੜਾ ਮਨ ਜਿੱਤਿਆ ਸਾਰਿਆਂ ਦਾ। ਵਧੀਆ ਮਿਹਨਤ ਉਹਨੇ ਕਰਨੀ, ਕੰਮ ਕਰਨਾ। ਉਹ ਬੜੇ ਖੁਸ਼ ਵੀ ਤਨਖਾਹ ਵੀ ਇਹਨੇ ਕੋਈ ਨਹੀਂ ਲੈਣੀ, ਇਕੱਲਾ ਪ੍ਰਸ਼ਾਦਾ ਛਕ ਕੇ ਇੰਨਾ ਕੰਮ ਕਰੀ ਜਾਂਦਾ। ਤਾਂ ਇੱਕ ਵਾਰੀ ਉਹ ਆਪਣੇ ਮਾਲਕ ਨਾਲ ਬਾਹਰ ਖੇਤਾਂ 'ਚ ਕੰਮ ਕਰਦਾ ਪਿਆ ਸੀ, ਤਾਂ ਉਹ ਮਾਲਕ ਨੇ ਉਹਨੂੰ ਘਰੇ ਭੇਜਿਆ, ਜਾਂ ਚਾਹ ਲੈ ਕੇ ਆ, ਕੋਈ ਜਲ ਪਾਣੀ ਲਿਆ। ਤੇ ਘਰ ਆਣ ਕੇ ਉਹਨੇ ਮੂੰਹ ਜਿਹਾ ਲਮਕਾ ਲਿਆ ਹੋਰ ਤਰ੍ਹਾਂ ਦਾ। ਤਾਂ ਉਹ ਕਹਿੰਦੀ ਵੀ ਕੀ ਹੋਇਆ? ਘਬਰਾ ਗਈ ਉਹਦੀ ਘਰ ਵਾਲੀ ਦੇਖ ਕੇ। ਕਹਿੰਦਾ ਵੀ ਬਸ ਕੀ ਦੱਸੀਏ। ਕਹਿੰਦੀ ਨੇ ਕੀ ਗੱਲ ਹੋਈ? ਤੂੰ ਨਾਲ ਗਿਆ ਸਾਂ, ਉਹਨੂੰ ਮਾਲਕ ਨੂੰ ਤਾਂ ਨਹੀਂ ਕੁਝ ਹੋ ਗਿਆ? ਕਹਿੰਦਾ ਬਸ ਮਾਲਕ ਨੂੰ ਹੀ ਹੋ ਗਿਆ, ਹੁਣ ਮੈਂ ਤੈਨੂੰ ਦੱਸਣ ਹੀ ਆਇਆ। ਉਹਨੇ ਤਾਂ ਉੱਥੇ ਹੀ ਮਾਰੀ ਦੋ ਹੱਥੜ, ਰੌਲਾ ਪੈ ਗਿਆ। ਉਹ ਮਰਨ ਪਵੇ, ਛੋਟੇ ਛੋਟੇ ਲੋਕਾਂ ਕੋ ਜਾਵੇ। ਮਸਾਂ ਲੋਕਾਂ ਨੇ ਫੜਿਆ। ਉਹ ਕਹਿੰਦੇ ਗੱਲ ਕੀ ਹੋਈ? ਇਹਨੂੰ ਇਹ ਤਾਂ ਪੁੱਛ ਲਓ। ਗੱਲ ਤਾਂ ਪੁੱਛ ਲੈਣੀ ਸੀ। ਉਹ ਕੋਈ ਦੌੜ ਗਿਆ ਖੇਤਾਂ ਨੂੰ, ਦੇਖ ਕੇ ਉਹ ਕਿੱਥੇ ਗਿਆ ਸੀ, ਕੀ ਹੋਇਆ। ਜਾ ਕੇ ਦੇਖਿਆ ਉਹ ਚੰਗਾ ਭਲਾ ਸੀ। ਉਹ ਕਹਿੰਦੇ ਤੂੰ ਚੰਗਾ ਭਲਾ ਬੈਠਾ ਘਰ, ਤੇ ਤੇਰੇ ਦੇਖ ਕੀ ਕਰਲਾਟ ਮੱਚਿਆ। ਉਹ ਕਹਿੰਦਾ ਕੀ ਗੱਲ ਹੋ ਗਈ? ਕਹਿੰਦੇ ਪਤਾ ਨਹੀਂ, ਤੇਰਾ ਸੇਵਕ ਕਹਿੰਦਾ ਸੀ ਵੀ ਤੂੰ ਤੇ ਚੜਾਈ ਕਰ ਗਿਆ। ਉਹ ਆਇਆ ਦੌੜਾ ਆਣ ਕੇ। ਉਹ ਕਹਿੰਦਾ ਤੂੰ ਇਹ ਕੀ ਸਿਆਪਾ ਪਾਤਾ? ਸਾਰਾ ਪਿੰਡ ਇਕੱਠਾ ਹੋਇਆ। ਉਹ ਕਹਿੰਦਾ ਜੀ ਬਸ ਮੇਰੇ 6 ਮਹੀਨੇ ਹੋ ਗਏ ਸੀ, ਤਾਂ ਮੈਂ ਇੱਕ ਝੂਠ ਬੋਲਣ ਦੀ ਤੁਹਾਡੇ ਕੋਲ ਇਜਾਜ਼ਤ ਲਈ ਸੀ। ਸਿਰਫ ਉਹਨੇ ਆਪਣਾ ਭੁੱਸ ਪੂਰਾ ਕਰਨਾ, ਆਦਤ ਪੈ ਗਈ ਤੇ ਛੱਡ ਨਹੀਂ ਸਕਦਾ। ਪਰ ਜੇ ਗੁਰੂ ਸਾਹਿਬ ਜੀ ਬਾਝ ਗੁਰੂ ਗਵਾਰਾ ਆਖਿਆ ਨਾ, ਕੌਣ ਗਿਆਨ ਦੇਵੇ ਇਸ ਗੱਲ ਦਾ ਗੁਰੂ ਸਾਹਿਬ ਤੋਂ ਬਿਨਾਂ? ਮਹਾਰਾਜ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬਸ ਅਗਿਆਨ ਚ ਤੁਰੇ ਫਿਰਨਾ। ਹਉਮੈ ਮੇਰਾ ਕਰ ਕਰ ਬਗੁੱਤੇ, ਕਿ ਉਹ ਚੱਲੇ ਨਾ ਚੱਲਦਿਆਂ ਨਾਲ। ਕਹਿੰਦੇ ਹਉਮੈ ਦੇ ਵਿੱਚ ਬੰਦਾ ਪਤਾ ਕੀ ਕਹਿੰਦਾ? ਇਹ ਵੀ ਮੇਰਾ ਜੀ, ਆ ਵੀ ਮੇਰਾ ਜੀ, ਆ ਵੀ ਮੈਂ, ਸਭ ਚੀਜ਼ਾਂ ਮੇਰੀਆਂ ਨੇ। ਕੋਈ ਹੱਥ ਲਾ ਕੇ ਵਿਖਾ ਲੇ। ਹਮਰੀ ਭੂਮ ਕੌਣ ਘਾਲਿਆ ਪੈਰ, ਹਉ ਬੰਧੋਂ ਹਉ ਸਾਧੋਂ ਬੈਰ। ਕਹਿੰਦੇ ਮੇਰੀ ਜ਼ਮੀਨ ਹੈ, ਕੋਈ ਪੈਰ ਪਾ ਕੇ ਵਿਖਾ ਲੇ, ਮੈਂ ਬੰਨ ਲਵਾਂਗਾ। ਉਹ ਵੈਰੀ ਹੋਵੇਗਾ ਮੇਰਾ ਜਿਹੜਾ ਮੇਰੀ ਜ਼ਮੀਨ 'ਚ ਪੈਰ ਪਾਵੇਗਾ। ਹਮਰੀ ਭੂਮ ਕੌਣ ਘਾਲਿਆ ਪੈਰ, ਹਉ ਬੰਧੋਂ ਹਉ ਸਾਧੋਂ ਬੈਰ। ਕਹਿੰਦੇ ਮੂਰਖ ਕਹਿੰਦਾ ਮੇਰਾ 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 ਸਾਰਾ ਕੁਝ। ਹਉਮੈ ਮੇਰਾ ਕਰ ਕਰ ਵਿਗੁੱਤੇ, ਵਿਗੁੱਤੇ ਹੁੰਦਾ ਲੁੱਟੇ ਗਏ, ਤਬਾਹ ਹੋ ਗਏ। ਕਹਿੰਦੇ ਮੂਰਖ ਲੋਕ ਹਉਮੈ ਕਰ ਕਰਕੇ ਇਹ ਵੀ ਮੇਰਾ, ਇਹ ਵੀ ਮੇਰਾ, ਮੇਰਾ ਮੇਰਾ ਜੱਫੇ ਮਾਰਦੇ ਪਦਾਰਥਾਂ ਨੂੰ, ਤੇ ਲੁੱਟੇ ਗਏ ਨੇ। ਕਿਉਂਕਿ ਅਸਲ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉੱਥੇ ਕੋਈ ਆਪਣਾ ਨਹੀਂ ਹੁੰਦਾ ਜੀ। ਇਹ ਬਚਨ ਨੇ ਪੰਜਵੇਂ ਪਾਤਸ਼ਾਹ ਜੀ ਦੇ। ਆਵਤ ਕਉ ਜਾਤਾ ਕਹਿ, ਜਾਤੇ ਕਉ ਆਇਆ, ਪਰ ਕੀ ਕਉ ਆਪਣੀ ਕਹੇ, ਆਪਣੋਂ ਨਹੀਂ ਪਾਇਆ। ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਆਪਣੀ ਹੈ ਹੀ ਨਹੀਂ ਸੀ, ਸਾਰੀ ਉਮਰ ਉਹਨੂੰ ਆਪਣੀ ਆਖੀ ਗਿਆ, ਤੇ ਜਿਹੜੀ ਆਪਣੀ ਸੀ ਉਹਦੀ ਸਮਝ ਹੀ ਨਹੀਂ ਲੱਗੀ। ਮੀਠੇ ਕੋ ਕੌੜਾ ਕਹਿ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕੱਲ ਮੈਂ ਡੀਠਾ। ਕਹਿੰਦੇ ਮਿੱਠਾ ਜਿਹੜਾ ਪਰਮੇਸ਼ਰ ਦਾ ਨਾਮ ਹੈ, ਸਾਰੀ ਉਮਰ ਉਹਨੂੰ ਇਹਨੂੰ ਕੌੜਾ ਲੱਗੀ ਗਿਆ, ਔਰ ਜਿਹੜੇ ਕੌੜੇ ਜ਼ਹਿਰ ਵਰਗੇ ਵਿਸ਼ੇ ਸੀ ਉਹ ਇਹਨੂੰ ਮਿੱਠੇ ਲੱਗਦੇ ਰਹੇ। ਉਲਟ ਚੱਲ ਪਿਆ ਕੰਮ। ਹਉਮੈ ਮੇਰਾ ਕਰ ਕਰ ਵਿਗੁੱਤੇ, ਕਿ ਉਹ ਚੱਲਿਆ ਨਾ ਚੱਲਦਿਆਂ ਨਾਲ। ਕਹਿੰਦੇ ਕੁਝ ਵੀ ਚੱਲਣ ਲੱਗਿਆ ਤੇਰੇ ਨਾਲ ਨਹੀਂ ਜਾਣਾ, ਤੂੰ ਆਖੀ ਜਾਣਾ ਮੇਰਾ 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 ਕਰਕੇ। ਕਹਿੰਦੇ ਸਭ ਕੁਝ ਗਵਾ ਬੈਠਾ, ਚੱਲਣ ਲੱਗਿਆ ਕੋਈ ਵਸਤੂ ਤੇਰੇ ਨਾਲ ਜਾਵੇਗੀ ਨਹੀਂ। ਕਬੀਰ ਸਾਹਿਬ ਨੇ ਆਖਿਆ ਕਬੀਰ ਕੌਡੀ ਕੌਡੀ ਜੋਰ ਤੇ ਜੋੜੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕਹਿੰਦੇ ਉਹ ਚੱਲਣ ਲੱਗਿਆ ਤਾਂ ਲੰਗੋਟੀ ਵੀ ਤੇਰੀ ਨਾਲ ਨਹੀਂ ਜਾਣੀ, ਤੂੰ ਕੌਡੀ ਕੌਡੀ ਇਕੱਠੀ ਕਰਕੇ ਭਾਵੇਂ ਕਰੋੜਾਂ ਜੋੜ ਲੈ, ਨਾਲ ਤਾਂ ਜਾ ਨਹੀਂ ਸਕਦੇ। ਤੇ ਤੂੰ ਆਖੀ ਜਾਣਾ ਸਾ ਮੇਰਾ ਮੇਰਾ ਮੇਰਾ।
ਹਉਮੈ ਮੇਰਾ ਕਰ ਕਰ ਵਿਗੁੱਤੇ, ਕਿਉਂ ਚੱਲੇ ਨਾ ਚੱਲਦਿਆਂ ਨਾਲ। ਕਹਿੰਦੇ ਕੁਝ ਵੀ ਨਾਲ ਚੱਲਣਾ ਨਹੀਂ ਹੈਗਾ। ਇਸ ਕਰਕੇ ਇਹ ਮੇਰਾ ਮੇਰਾ ਕਰਨਾ ਛੱਡ ਦੇ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਾਂ ਪ੍ਰਭ ਕਾਜ ਸਵਾਰ ਹੈ ਆਏ। ਕਹਿੰਦੇ ਜਦੋਂ ਤੱਕ ਮੇਰੀ ਮੇਰੀ ਕਰੀ ਜਾਣਾ, ਇੱਕ ਕਾਰਜ ਨਹੀਂ ਤੇਰਾ ਸਿੱਧਾ, ਇੱਕ ਵੀ ਚੀਜ਼ ਤੇਰੀ ਨਹੀਂ ਬਣ ਸਕਣੀ, ਕੋਈ ਕੰਮ ਨਹੀਂ ਚੱਲਣਾ। ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਹੋਏ। ਕਹਿੰਦੇ ਜਦੋਂ ਮੇਰੀ ਮੇਰੀ ਕਰਨੋਂ ਹਟ ਜਾਏਗਾ, ਕਾਰਜ ਪ੍ਰਮਾਤਮਾ ਆਪੇ ਸਵਾਰੀ ਜਾਵੇਗਾ। ਪਰ ਅਸਲ ਵਿੱਚ ਪਦਾਰਥਾਂ ਵੱਲੋਂ ਮੰਨ ਲਓ ਸਮਝ ਵੀ ਆ ਜਾਵੇ ਤੇ ਬੰਦਾ ਪਦਾਰਥਾਂ ਵੱਲੋਂ ਥੋੜਾ ਜਿਹਾ ਮੁੱਖ ਮੋੜ ਸਕਦਾ, ਵੀ ਚਲੋ ਕਹਿ ਦੇਵੇ ਵੀ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਭਾਈ, ਆਪਣਾ ਕਿਹੜਾ ਕਬਜ਼ਾ ਇਹਦੇ ਤੇ। ਪਰ ਦੇਹ ਨੂੰ ਮੇਰੀ ਅੱਖ ਨੂੰ ਨਹੀਂ ਹਟਦਾ ਬੰਦਾ। ਇਹ ਬਹੁਤ ਖਤਰਨਾਕ ਹੁੰਦਾ ਕੰਮ। ਦੇਹ ਹੰਗਤਾ ਬਿਲਕੁਲ ਨਹੀਂ। ਇਹ 90% ਤੋਂ ਵੀ ਉੱਪਰ ਲੋਕ ਕਹਿਣਗੇ ਵੀ ਹਾਂ ਇਹ ਤਾਂ ਮੇਰੀ ਹੈ ਨਾ ਭਾਈ, ਮੇਰੀ। ਪਰ ਮਹਾਰਾਜ ਦੇ ਵਚਨ ਕਹਿੰਦੇ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਕਹਿੰਦੇ ਜਿਹੜਾ ਤਨ ਜਨਮ ਵੇਲੇ ਤੇਰੇ ਨਾਲ ਆਇਆ ਨਾ, ਇਹ ਸਰੀਰ, ਇਹ ਵੀ ਤੇਰਾ ਨਹੀਂ ਹੈ, ਇਹਨੇ ਨਾਲ ਨਹੀਂ ਜਾਣਾ ਤੇਰੇ। ਕਿਹੋ ਚੱਲੇ ਨਾ ਚੱਲਦਿਆਂ ਨਾਲ। ਕਹਿੰਦੇ ਕੁਝ ਵੀ ਨਾਲ ਜਾਣ ਲੱਗਿਆ ਨਹੀਂ ਜਾਵੇਗਾ। ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਕਹਿੰਦੇ ਨੰਗੇ ਪੈਰੀ ਗਏ ਜਿਨ੍ਹਾਂ ਲੱਖਾਂ ਕਰੋੜਾਂ ਵੀ ਸੀ ਜਿਨ੍ਹਾਂ ਕੋਲੇ। ਇਹੀ ਗੱਲ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖੀ ਸੀ ਜਦੋਂ 9 ਸ਼ਲੋਕ ਉੱਥੇ ਉਚਾਰੇ ਨਾ ਆਸਾ ਦੀ ਵਾਰ ਦੇ, ਲਾਹੌਰ। ਤੇ ਸਭ ਤੋਂ ਅਮੀਰ ਬੰਦਾ ਲਾਹੌਰ ਦਾ ਦੁਨੀ ਚੰਦ ਸੀ। ਤੇ ਮਹਾਰਾਜ ਜੀ ਦੇ ਕੋਲੇ ਆਇਆ, ਮੱਥਾ ਟੇਕਿਆ। ਤਾਂ ਗੁਰੂ ਸਾਹਿਬ ਜੀ ਕੋਲੋਂ ਜਦੋਂ ਜਾਣ ਲੱਗਾ ਤਾਂ ਮਹਾਰਾਜ ਨੇ ਆਖਿਆ ਦੁਨੀ ਚੰਦ ਤੂੰ ਭਾਈ ਭਲਾ ਲੋਕ ਹੈ, ਤੂੰ ਚੰਗੀ ਸੇਵਾ ਕੀਤੀ, ਤੇ ਸਾਡਾ ਇੱਕ ਬਚਨ ਹੈ। ਕਹਿੰਦਾ ਜੀ ਦੱਸੋ। ਮਹਾਰਾਜ ਨੇ ਇੱਕ ਸੂਈ ਦਿੱਤੀ। ਕਹਿੰਦੇ ਆਹ ਇੱਕ ਸੂਈ ਲੈ ਲਾ ਤੇ ਇਹਨੂੰ ਸਾਂਭ ਕੇ ਰੱਖ ਲਾ, ਸਾਡੀ ਇਮਾਨਤ, ਤੇਰੇ ਕੋਲ ਪ੍ਰਲੋਕ 'ਚ ਲੈ ਲਾਂਗੇ। ਕਹਿੰਦਾ ਜੀ 7 ਬਚਨ। ਘਰੇ ਜਾ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਆ ਮਹਾਰਾਜ ਨੇ ਸੂਈ ਦਿੱਤੀ ਹੈ, ਇਹ ਭਲੀਏ ਲੋਕੇ ਸਾਂਭ ਕੇ ਰੱਖ ਲਈ। ਮਹਾਰਾਜ ਕਹਿੰਦੇ ਅਸੀਂ ਪ੍ਰਲੋਕ 'ਚ ਲੈ ਲਾਂਗੇ। ਉਹ ਕਹਿੰਦੀ ਤੂੰ ਕਮਲਾ ਤਾਂ ਨਹੀਂ ਹੋ ਗਿਆ, ਇਹ ਪ੍ਰਲੋਕ 'ਚ ਕਿੱਦਾਂ ਲੈ ਕੇ ਜਾਣੀ ਤੂੰ ਸੂਈ? ਕਹਿੰਦਾ ਮੈਂ ਤਾਂ ਸੋਚਿਆ ਹੀ ਨਹੀਂ। ਅੱਛਾ, ਮੈਂ ਤਾਂ ਫੜ ਲਿਆ ਮਹਾਰਾਜ ਕੋਲੋਂ। ਕਹਿੰਦੀ ਜਾ ਵਾਪਸ ਕਰਕੇ ਆ, ਇਹ ਥੋੜੋ ਨਾਲ ਜਾ ਸਕਦੀ ਹੈ, ਤੂੰ ਕਿੱਦਾਂ ਗਰੰਟੀ ਚੱਕ ਲਈ? ਉਹ ਵਾਪਸ ਆਇਆ, ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਭੁਲੇਖੇ 'ਚ ਮੈਂ ਲੈ ਗਿਆ, ਇਹ ਸੂਈ ਤੇ ਨਾਲ ਨਹੀਂ ਜਾਣੀ। ਤੇ ਮਹਾਰਾਜ ਕਹਿੰਦੇ ਬਹਿ ਜਾ ਦੁਨੀ ਚੰਦ, ਜੇ ਸੂਈ ਨਾਲ ਨਹੀਂ ਜਾਣੀ, ਆ ਜਿਹੜਾ 7 ਲੱਖ ਤੂੰ ਇਕੱਠਾ ਕੀਤਾ ਲੋਕਾਂ ਦਾ ਹੱਕ ਮਾਰ ਮਾਰ ਕੇ, ਇਹ ਲੈ ਜਾਏਗਾ ਛਾਤੀ ਤੇ ਰੱਖ ਕੇ? ਚੁੱਪ ਕਰ ਗਿਆ, ਕਿਉਂਕਿ 7 ਝੰਡੇ ਸੀ ਕਹਿੰਦੇ ਉਹਦੀ ਡਿਊਟੀ ਤੇ ਲੱਗੇ ਉਸ ਵੇਲੇ। ਤੇ ਅਮੀਰ ਬੰਦੇ ਦੀ ਨਿਸ਼ਾਨੀ ਸੀ, ਜੇ ਉਹ ਲੱਖਪਤੀ 1 ਲੱਖ ਆ ਤੇ ਇੱਕ ਉਹਦਾ ਝੂਲਦਾ ਸੀ ਝੰਡਾ। ਜਦੋਂ ਮਹਾਰਾਜ ਨੇ ਆਖਿਆ ਜੇ ਇੱਕ ਸੂਈ ਨਾਲ ਨਹੀਂ ਲਿਜਾ ਸਕਦਾ ਤਾਂ ਬਾਕੀ ਬੜੇ ਹੱਥ ਜੁੜੇ। ਕਹਿੰਦਾ ਮਹਾਰਾਜ ਫਿਰ ਹੁਣ? ਗੁਰੂ ਸਾਹਿਬ ਨੇ ਆਖਿਆ ਕੱਚੇ ਰਸਤਿਆਂ ਨੂੰ ਪੱਕੇ ਕਰਾ, ਮਿੱਟੀ ਪਵਾ, ਉਹਨਾਂ ਤੇ ਰੁੱਖ ਲਵਾ, ਪਾਣੀ ਦਾ ਪ੍ਰਬੰਧ ਕਰ, ਖੂਹਾਂ ਦੀ ਖੁਦਾਈ ਕਰਵਾ, ਗਰੀਬਾਂ ਨੂੰ ਕੱਪੜੇ ਲੈ ਕੇ ਦੇ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰ, ਭਲਾ ਹੋ ਜਾਏਗਾ ਤੇਰਾ। ਇਹ ਤੂੰ ਨਾਲ ਨਹੀਂ ਲੈ ਜਾਣਾ ਸਾਰਾ ਕੁਝ, ਇਹਨੂੰ ਚੰਗੇ ਕੰਮ ਵਾਸਤੇ ਖਰਚ ਹੋਣਾ। ਉਸ ਵੇਲੇ 9 ਸ਼ਲੋਕ ਆਸਾ ਜੀ ਦੀ ਵਾਰ ਦੇ ਜਿਹੜੇ ਪਹਿਲੇ ਆ, ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹ ਪੌੜੀਆਂ ਉਹ ਉਚਾਰੀਆਂ ਸੀ ਆਸਾ ਜੀ ਦੀ ਵਾਰ ਦੀਆਂ, ਸਿਰਫ ਉਹਨੂੰ ਉਪਦੇਸ਼ ਦੇਣ ਲਈ, ਸਾਡੇ ਸਾਰਿਆਂ ਦੇ ਭਲੇ ਵਾਸਤੇ। ਇਸ ਲਈ ਗੁਰੂ ਸਾਹਿਬ ਦਾ ਵਚਨ ਕਹਿੰਦੇ ਹਉਮੈ ਮੇਰਾ ਕਰ ਕਰ ਵਿਗੁੱਤੇ, ਕਿਉਂ ਚੱਲੇ ਨਾ ਚੱਲਦਿਆਂ ਨਾਲ। ਸਭ ਮੇਰੀ ਮੇਰੀ ਕਰਕੇ ਕਹਿੰਦੇ ਅਸਲ 'ਚ ਸਾਰਾ ਕੁਝ ਗਵਾ ਲਿਆ, ਕੁਝ ਵੀ ਨਾਲ ਨਹੀਂ ਸੀ ਜਾ ਸਕਦਾ। ਗੁਰਮੁਖ ਹੋਵੇ ਸੋ ਨਾਮ ਧਿਆਵੇ। ਕਹਿੰਦੇ ਗੁਰਮੁਖ ਦੀ ਨਿਸ਼ਾਨੀ ਹੈ ਉਹ ਨਾਮ ਜਪੇਗਾ, ਉਹਨੂੰ ਪਤਾ ਨਾਮ ਮੇਰਾ ਹੀ ਹੈ, ਇਹਨੇ ਨਾਲ ਹੀ ਜਾਣਾ ਭਾਈ। ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਹਰ ਨਾਮ ਸੰਭਾਲ। ਇਸ ਲਈ ਕਹਿੰਦੇ ਉਹ ਸਦਾ ਪ੍ਰਮਾਤਮਾ ਦੇ ਨਾਮ ਦੀ ਸੰਭਾਲ ਕਰਦੇ। ਕਲਮ ਇਹੋ ਪੁੰਨ, ਸਭ ਤੋਂ ਉੱਤਮ ਪੁੰਨ ਕੀ ਜੀ ਕਲਯੁਗ ਵਿੱਚ? ਪ੍ਰਮਾਤਮਾ ਦਾ ਨਾਮ ਜਪਣਾ, ਉਹਦੇ ਗੁਣ ਗਾਉਣੇ, ਗੁਣ ਗੋਬਿੰਦ ਗਾਵੇ। ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਹਰ ਨਾਮ ਸੰਭਾਲ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਕਹਿੰਦੇ ਪ੍ਰਮਾਤਮਾ ਦੀ ਬਾਣੀ, ਇਸ ਸੱਚੀ ਬਾਣੀ ਦੁਆਰਾ ਜਿਹੜਾ ਹਰੀ ਦੇ ਗੁਣ ਗਾਉਂਦਾ ਗੁਰਮੁਖੋ, ਉਹ ਮਹਾਰਾਜ ਦੀ ਮਿਹਰ ਦੀ ਨਜ਼ਰ ਪੈਣ ਕਰਕੇ ਨਿਹਾਲ ਹੋ ਜਾਂਦਾ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਕਹਿੰਦੇ ਨਦਰੀ ਜਦੋਂ ਮਿਹਰ ਦੀ ਨਦਰ ਕਰਦਾ
ਤੇ ਨਿਹਾਲ ਹੀ ਕਰ ਦਿੰਦਾ ਜਿਹੜੇ ਬਾਣੀ ਦੁਆਰਾ ਪ੍ਰਮਾਤਮਾ ਦੇ ਗੁਣ ਗਾਉਂਦੇ। ਕਿਉਂਕਿ ਬਾਣੀ ਪੜ੍ਹਨੀ ਅਸਲ ਵਿੱਚ ਅਕਾਲ ਪੁਰਖ ਦੇ ਗੁਣ ਹੀ ਗਾਉਣੇ ਨੇ। ਸਾਰੀ ਬਾਣੀ ਹੈ ਹੀ ਪ੍ਰਮਾਤਮਾ ਦੇ ਗੁਣ। ਸਤਿਗੁਰ ਗਿਆਨ ਸਦਾ ਘਟ ਚਾਨਣ, ਕਹਿੰਦੇ ਸਤਿਗੁਰੂ ਜੀ ਦਾ ਗਿਆਨ ਹਿਰਦੇ 'ਚ ਹੁੰਦਾ ਤੇ ਸਮਝ ਲਓ ਸਦਾ ਲਈ ਚਾਨਣ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਹਿਰਦੇ 'ਚ। ਅਮਰ ਸਿਰ ਬਾਦਸ਼ਾਹ, ਅਮਰ ਹੁੰਦਾ ਹੁਕਮ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਬਾਦਸ਼ਾਹਾਂ ਦੇ ਸਿਰ ਤੇ ਵੀ ਚੱਲਦਾ ਹੈ। ਕੋਈ ਬਾਦਸ਼ਾਹ ਭਾਵੇਂ ਚੱਕਰਵਰਤੀ ਵੀ ਹੋਵੇ, ਮਹਾਰਾਜ ਜੀ ਦੇ ਅੱਗੇ ਆਕੀ ਨਹੀਂ ਹੈ। ਪ੍ਰਮਾਤਮਾ ਦੇ ਹੁਕਮ ਨੇ ਉਹਦੇ ਤੇ ਵੀ ਚੱਲਣਾ। ਬਾਦਸ਼ਾਹ ਦੇ ਉੱਪਰ ਵੀ ਪ੍ਰਮਾਤਮਾ ਦਾ ਹੁਕਮ ਚੱਲਦਾ। ਸਤਿਗੁਰ ਗਿਆਨ ਸਦਾ ਘਟ ਚਾਨਣ, ਅਮਰ ਸਿਰ ਬਾਦਸ਼ਾਹ, ਆਨ ਦਿਨ ਭਗਤ ਕਰਹਿ ਦਿਨ ਰਾਤੀ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿਨੇ ਰਾਤ ਭਗਤੀ ਕਰੋ ਗੁਰਮੁਖੋ, ਜਿਸ ਦਾ ਹੁਕਮ ਬਾਦਸ਼ਾਹਾਂ ਦੇ ਸਿਰ ਤੇ ਵੀ ਚੱਲਦਾ। ਵੱਡੇ ਵੱਡੇ ਚੱਕਰਵਰਤੀ ਰਾਜਿਆਂ ਦੇ ਸਿਰ ਤੇ ਵੀ ਜਿਸ ਦੇਖੋ ਉਹਨਾਂ ਦਾ ਹੁਕਮ ਸਾਰੇ ਲੋਕਾਂ ਤੇ ਚੱਲਦਾ, ਪਰ ਕਹਿੰਦੇ ਪ੍ਰਮਾਤਮਾ ਦਾ ਹੁਕਮ ਉਹਨਾਂ ਉੱਪਰ ਵੀ ਚੱਲਦਾ। ਉਹ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੁੰਦੇ। ਸਾਰੀ ਪ੍ਰਜਾ ਤੇ ਬਾਦਸ਼ਾਹ ਦਾ ਹੁਕਮ ਚੱਲਣਾ, ਤੇ ਬਾਦਸ਼ਾਹ ਉੱਪਰ ਵੀ ਤੀਸਰੇ ਪਾਤਸ਼ਾਹ ਕਹਿੰਦੇ ਕਿਸੇ ਹੋਰ ਦਾ ਹੁਕਮ ਹੁੰਦਾ ਗੁਰਮੁਖੋ। ਆਨ ਦਿਨ ਭਗਤ ਕਰਹਿ ਦਿਨ ਰਾਤੀ, ਕਹਿੰਦੇ ਦਿਨੇ ਰਾਤ ਉਸ ਦੀ ਭਗਤੀ ਕਰੋ ਜਿਸ ਦਾ ਸਾਰਿਆਂ ਤੇ ਹੁਕਮ ਚੱਲਦਾ ਪਿਆ। ਰਾਮ ਨਾਮ ਸੱਚ ਲਾਹ, ਰਾਮ ਨਾਮ ਜਪ ਕੇ ਕਹਿੰਦੇ ਅਸਲ 'ਚ ਸੱਚਾ ਲਾਹਾ ਪ੍ਰਾਪਤ ਕਰੋ। ਅਸਲ ਖੱਟੀ ਖੱਟੋ ਕੋਈ ਪ੍ਰਮਾਤਮਾ ਦੇ ਨਾਮ ਦੀ। ਨਾਨਕ ਰਾਮ ਨਾਮ ਨਿਸਤਾਰਾ, ਕਹਿੰਦੇ ਪ੍ਰਮਾਤਮਾ ਦੇ ਨਾਮ ਕਰਕੇ ਪਾਰ ਉਤਾਰਾ ਹੁੰਦਾ ਗੁਰਮੁਖੋ। ਨਾਮ ਜਪਣ ਕਰਕੇ ਪਾਰ ਉਤਾਰਾ ਹੁੰਦਾ। ਸ਼ਬਦ ਰਤੇ ਹਰ ਪਾਹਾ, ਕਹਿੰਦੇ ਉਹ ਸ਼ਬਦ ਵਿੱਚ ਉਹਨਾਂ ਦਾ ਮਨ ਰੰਗਿਆ ਗਿਆ, ਇਸ ਕਰਕੇ ਹਰੀ ਦੀ ਪ੍ਰਾਪਤੀ ਕਰ ਲੈਂਦੇ। ਨਾਮ ਵਿੱਚ ਇੰਨੀ ਬਰਕਤ ਹੈ ਸਾਧ ਸੰਗਤ ਜੀ। 1902 ਦੀ ਇੱਕ ਘਟਨਾ ਲਿਖੀ ਗੁਰਮੁਖਾਂ ਨੇ। ਜਲੰਧਰ ਤੋਂ ਇੱਕ ਅਰਾਈ ਮੁਸਲਮਾਨ, ਉਹ ਬਹੁਤ ਵਿਚਾਰਾ ਗਰੀਬੀ ਦਾ ਸਤਾਇਆ, ਤੇ ਉਹ ਕੰਮ ਦੀ ਭਾਲ ਵਿੱਚ ਵਿਚਾਰੇ ਨੂੰ ਘਰ ਪਿੰਡ ਛੱਡਣਾ ਪੈ ਗਿਆ। ਪ੍ਰਸ਼ਾਦੇ ਦਾ ਕੋਈ ਪ੍ਰਬੰਧ ਕਰਦਾ ਕਰਦਾ ਤੁਰਿਆ ਗਿਆ, ਤਾਂ ਉਹ ਅੱਜ ਕੱਲ੍ਹ ਤਾਂ ਹੁਣ ਉਹ ਇਲਾਕਾ ਪਾਕਿਸਤਾਨ 'ਚ ਆ ਗਿਆ। ਉੱਥੇ ਸੰਤ ਕਮਾਲੀਏ ਵਾਲੇ ਉਹ ਕਿਤੇ ਸੰਗਤ ਨੂੰ ਉਪਦੇਸ਼ ਦੇ ਰਹੇ ਸੀ ਗੁਰਦੁਆਰਾ ਸਾਹਿਬ 'ਚ, ਤੇ ਉਹ ਪ੍ਰਸ਼ਾਦਾ ਛਕਣ ਚਲੇ ਗਿਆ ਵੀ ਚਲੋ ਇੱਥੇ ਸੰਗਤ ਚੱਲ ਰਹੀ, ਲੰਗਰ ਲੱਗਾ, ਤੇ ਭੁੱਖਾ ਸੀ ਵਿਚਾਰਾ। ਪ੍ਰਸ਼ਾਦਾ ਛਕਿਆ, ਤੇ ਪ੍ਰਸ਼ਾਦਾ ਛਕ ਕੇ ਤੇ ਉਹਦੇ ਕੰਨਾਂ 'ਚ ਦੋ ਕੋਈ ਲਫ਼ਜ਼ ਪਏ, ਮਾੜਾ ਜਿਹਾ ਹੌਸਲਾ ਹੋਇਆ। ਜਦੋਂ ਸੰਤ ਕਥਾ ਕਰਕੇ ਬਾਹਰ ਆਏ ਤਾਂ ਉਹਨੇ ਬੇਨਤੀ ਕੀਤੀ, ਕਹਿੰਦਾ ਜੀ ਮੈਂ ਮੁਸਲਮਾਨ ਆ, ਰਾਈ ਆ, ਮੈਂ ਤਾਂ ਜਲੰਧਰ ਤੋਂ ਆਇਆ ਜੀ, ਕੋਈ ਮੇਰੇ ਤੇ ਵੀ ਕਿਰਪਾ ਕਰੋ, ਕੋਈ ਪ੍ਰਸ਼ਾਦੇ ਦਾ ਹੀ ਨਹੀਂ ਸਾਧਨ ਹੈਗਾ, ਬੜਾ ਸਤਾਇਆ ਗਰੀਬੀ ਨੇ। ਤਾਂ ਉਹ ਕਹਿੰਦੇ ਤੂੰ ਬਾਣੀ ਪੜ੍ਹ ਸਕਦਾ? ਕਹਿੰਦਾ ਨਹੀਂ ਜੀ। ਕਹਿੰਦੇ ਚੱਲ ਫਿਰ ਤੈਨੂੰ ਇੱਕ ਪੰਕਤੀ ਅਸੀਂ ਦੱਸ ਦਿੰਨੇ ਆ, ਉਹ ਤਾਂ ਜਪ ਲਿਆ ਕਰੇਗਾ, ਤੇ ਕੋਈ ਨਹੀਂ ਇੱਥੇ ਗੁਰਦੁਆਰੇ ਜਿੰਨਾ ਚਿਰ ਤੇਰਾ ਪ੍ਰਬੰਧ ਨਹੀਂ ਹੁੰਦਾ ਤੂੰ ਗੁਰਦੁਆਰਾ ਸਾਹਿਬ ਰਹਿ, ਇੱਥੋਂ ਪ੍ਰਸ਼ਾਦਾ ਛਕਿਆ ਕਰ। ਤਾਂ ਉਹਨਾਂ ਨੇ ਇੱਕ ਪੰਕਤੀ ਉਹਨੂੰ ਲਿਖ ਦਿੱਤੀ, ਸੰਤਾਂ ਨੇ ਉਹਨੂੰ ਲਿਖਵਾ ਦਿੱਤੀ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਸੁਖਣੀ ਸਾਹਿਬ ਦੀ ਪੰਕਤੀ ਹੈ। ਉਹਨੂੰ ਕਹਿੰਦੇ ਤੂੰ ਆਹ ਬਸ ਇੱਥੇ ਗੁਰਦੁਆਰੇ ਰਹਿਣਾ, ਪ੍ਰਸ਼ਾਦਾ ਇੱਥੋਂ ਛਕ ਲਿਆ ਕਰ, ਤੇਰਾ ਮਨ ਕਰਦਾ ਤੇ ਸੇਵਾ ਕਰ, ਨਹੀਂ ਤੇ ਕੋਈ ਗੱਲ ਨਹੀਂ, ਬਸ ਆਹ ਜਪੀ ਚੱਲ। ਇਹ 1902 ਦੀ ਘਟਨਾ ਲਿਖੀ। ਕਹਿੰਦੇ ਉਹਨੇ ਜਪਣਾ ਸ਼ੁਰੂ ਕਰਤਾ, ਨਾਲੇ ਜੋੜੇ ਝਾੜੀ ਜਾਣੇ ਸਾਰਾ ਦਿਨ ਸੰਗਤ ਦੇ, ਕਿਉਂਕਿ ਉਹਨੇ ਵੇਖਿਆ ਵੀ ਆਣ ਕੇ ਸੰਗਤ ਜੋੜੇ ਝਾੜਦੀ, ਉਹਨੇ ਵੀ ਜੋੜੇ ਝਾੜਨੇ ਸ਼ੁਰੂ ਕਰਤੇ, ਪੰਕਤੀ ਪੜ੍ਹੀ ਜਾਣੀ। ਉਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ। 7 ਦਿਨਾਂ ਦਾ ਪ੍ਰੋਗਰਾਮ ਸੀ, ਤੇ ਅਜੇ 7 ਦਿਨ ਸਮਾਪਤ ਵੀ ਨਹੀਂ ਹੋਏ ਤਾਂ ਇੱਕ ਸੂਬੇਦਾਰ, ਰਿਟਾਇਰ ਸੂਬੇਦਾਰ ਫੌਜ ਦਾ, ਉਹ ਆਇਆ ਸੰਗਤ ਵਿੱਚ, ਤੇ ਉਹਨੇ ਵੇਖਿਆ ਵੀ ਮੁਸਲਮਾਨ ਜੋੜੇ ਝਾੜਦਾ ਪਿਆ। ਉਹਨੇ ਪੁੱਛ ਲਿਆ ਹੈਰਾਨ ਹੋ ਕੇ, ਭਈ ਗੁਰਮੁਖਾ ਤੂੰ ਕਿੱਦਾਂ? ਕਹਿੰਦਾ ਬਸ ਜੀ ਇਦਾਂ ਹੀ, ਪ੍ਰਸ਼ਾਦੇ ਕਰਕੇ ਇੱਥੇ ਆਇਆ ਸਾਂ, ਤੇ ਸੰਤਾਂ ਨੇ ਆਹ ਮੈਨੂੰ ਆਖ ਦਿੱਤਾ ਵੀ ਤੂੰ ਇੱਥੇ ਰਹਿ, ਕੋਈ ਨਹੀਂ ਤੂੰ ਇੱਥੋਂ ਪ੍ਰਸ਼ਾਦਾ ਛਕਿਆ ਕਰ, ਪਰ ਆ ਇੱਕ ਪੰਕਤੀ ਪੜ੍ਹੀ ਚੱਲਿਆ ਕਰ। ਕਹਿੰਦਾ ਜੀ ਕੰਮ ਨਹੀਂ ਸੀ ਹੈਗਾ ਕੋਈ, ਬਸ ਗਰੀਬੀ ਸਤਾਉਂਦੀ ਹੈ, ਕਿਸੇ ਕੰਮ ਦੀ ਭਾਲ 'ਚ ਨਿਕਲਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਫਿਰ ਕੰਮ ਤੂੰ ਸਮਝ ਤੈਨੂੰ ਮਿਲ ਗਿਆ, ਆ ਜਾ ਮੇਰੇ ਨਾਲ। ਉਹਦੇ ਕੋਲ ਕਾਫੀ ਜ਼ਮੀਨ ਸੀ। ਉਹ ਕਹਿੰਦਾ ਤੂੰ ਮੇਰੀ ਜ਼ਮੀਨ ਤੇ ਖੇਤੀ ਕਰ, ਤੇ 2 ਹਿੱਸੇ ਤੇਰੇ 3 ਮੇਰੇ,
ਖਰਚਾ ਮੈਂ ਲਾਵਾਂਗਾ। ਇਹਨੂੰ 5 ਦਵੰਜੀ ਕਹਿੰਦੇ ਸੀ ਪਹਿਲਾਂ ਆਪਣੇ ਬਜ਼ੁਰਗ। ਜੇ ਕਿਸੇ ਕੋਲ ਜ਼ਮੀਨ ਹੈ ਨਹੀਂ ਪਰ ਮਿਹਨਤ ਕਰ ਸਕਦਾ ਤੇ ਜ਼ਮੀਨ ਵਾਲਾ ਉਹਦੇ ਨਾਲ 5 ਦਵੰਜੀ ਕਰ ਲੈਂਦਾ ਸੀ ਵੀ 3 ਤੇ ਆਮਦਨੀ ਚੋਂ 2 ਹਿੱਸੇ ਤੇਰੇ ਹੋਣਗੇ, 3 ਮੇਰੇ ਹੋਣਗੇ, ਖਰਚਾ ਮੇਰਾ, ਮਿਹਨਤ ਤੇਰੀ। ਉਹ ਮਿਹਨਤ ਵਾਲਾ ਸੀ, ਉਹਨੇ ਕੀਤੀ ਜੀ, ਜਾ ਕੇ ਬੜੀ ਮਿਹਨਤ ਕੀਤੀ। ਉਹ ਕੋਈ ਮਹਾਰਾਜ ਦੀ ਬਰਕਤ, ਕੋਈ ਬਾਣੀ ਦੀ ਐਸੀ, ਉਹਨੇ ਉਹ ਜਪੀ ਚੱਲਣੀ ਤੇ ਉਹ ਮਹਾਰਾਜ ਨੇ ਐਸੀ ਬਰਕਤ ਪਾਈ, ਉਹਨੂੰ ਸੂਬੇਦਾਰ ਨੂੰ ਵੀ ਚੰਗਾ ਲਾਹਾ ਮਿਲਿਆ। ਉਹਨੇ ਖੁਸ਼ ਹੋ ਕੇ ਉਹਨੂੰ ਮਿਹਨਤ ਵੱਧ ਦੇ ਦਿੱਤੀ। ਉਹਦਾ ਹੋਰ ਹੌਸਲਾ ਹੋ ਗਿਆ, ਪਰਿਵਾਰ ਵੀ ਆਪਣਾ ਲੈ ਆਇਆ, ਕਰਨ ਲੱਗ ਪਿਆ ਮਿਹਨਤ। ਅਗਲੇ ਸਾਲ ਫਿਰ ਸੰਤਾਂ ਦਾ ਪ੍ਰੋਗਰਾਮ ਆਇਆ, ਫਿਰ ਉਹਨੇ ਬੜੀ ਸੇਵਾ ਕੀਤੀ। ਹੌਲੀ ਹੌਲੀ ਉਹਨੇ ਪੈਸੇ ਜੋੜ ਕੇ ਆਪਣੇ 4 ਖੇਤ ਲੈ ਲਏ, ਨਾਲ ਉਹਦਾ ਕੰਮ ਕਰਨਾ, ਨਾਲ ਆਪਣਾ ਵੀ ਕਰਨਾ। ਚੰਗਾ ਕੰਮ ਚੱਲ ਪਿਆ। ਜਦੋਂ ਸੰਤ ਆਏ ਤਾਂ ਫਿਰ ਉਹ ਕਹਿੰਦਾ ਜੀ ਵੀ ਕਿਰਪਾ ਹੋ ਗਈ ਜੀ, ਹੁਣ ਤਾਂ ਵੀ ਮਹਾਰਾਜ ਨੇ ਰੋਟੀ ਤਾਂ ਸੌਖੀ ਕਰ ਦਿੱਤੀ ਹੈ ਜੀ। ਤੇ ਉਹ ਕਹਿੰਦੇ ਚੱਲ ਠੀਕ ਹੈ, ਫਿਰ ਹੁਣ ਤੈਨੂੰ ਰੋਟੀ ਦਾ ਫਿਕਰ ਤਾਂ ਮਿਟ ਗਿਆ ਨਾ। ਕਹਿੰਦਾ ਜੀ ਹਾਂ। ਕਹਿੰਦੇ ਚੱਲ ਫਿਰ ਹੁਣ ਅਗਲਾ ਫਿਕਰ ਸੋਚ ਹੁਣ ਤੋਂ। ਕਹਿੰਦਾ ਜੀ ਉਹ ਵੀ ਕਰੋ ਫਿਰ ਕਿਰਪਾ। ਕਹਿੰਦੇ ਚੱਲ ਫਿਰ ਇਹ ਤੋਂ ਅਗਲੀ ਪੰਕਤੀ ਹੁਣ ਲਿਖ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਭਾਈ ਹੁਣ ਮੈਨੂੰ ਉਹ ਵਿਵੇਕ ਬੁੱਧੀ ਮਹਾਰਾਜ ਤਤ ਸਿਧਾਂਤ ਮੇਰੀ ਪ੍ਰਾਪਤੀ ਕਰਵਾਓ। ਹੁਣ ਉਹ ਪ੍ਰਸ਼ਾਦੇ ਵਾਲੀ ਤੇ ਗੱਲ ਹੁਣ ਮੁੱਕ ਗਈ, ਉਹਨੂੰ ਉਹ ਜਪਣ ਲਾ ਦਿੱਤਾ ਸੀ। ਕਹਿੰਦੇ ਇੰਨਾ ਗੁਰਮੁਖ ਹੋਇਆ ਨਾ, ਉਹ ਗੁਰਮੁਖ ਹੋ ਗਿਆ, ਗੁਰਮੁਖਾਂ ਵਾਲਾ ਜੀਵਨ। ਕਿਉਂਕਿ ਇਹ ਗੁਰੂ ਕੀ ਬਾਣੀ ਸਰਬ ਸਾਂਝੀ, ਕਿਸੇ ਧਰਮ ਦਾ ਬੰਦਾ ਵੀ ਆਸਰਾ ਲਵੇਗਾ, ਕਿਉਂਕਿ ਪਰਮੇਸ਼ਰ ਹੈ ਨਾ, ਵਾਹ ਵਾਹ ਬਾਣੀ ਨਿਰੰਕਾਰ ਹੈ। ਨਿਰੰਕਾਰ ਦੇ ਗੁਣ ਗਾਇਆ ਤਾਂ ਭਲਾ ਹੋਣਾ ਹੀ ਹੈ, ਭਾਵੇਂ ਕੋਈ ਗਾਵੇ, ਕੋਈ ਵੀ ਜਪ ਸਕਦਾ। ਨਾਨਕ ਰਾਮ ਨਾਮ ਨਸਤਾਰਾ। ਕਹਿੰਦੇ ਪ੍ਰਮਾਤਮਾ ਦੇ ਨਾਮ ਕਰਕੇ ਨਸਤਾਰਾ ਹੁੰਦਾ ਗੁਰਮੁਖੋ, ਪਾਰ ਉਤਾਰਾ ਹੋ ਜਾਂਦਾ। ਕੋਈ ਜਪੇ ਭਾਵਾਂ, ਕੋਈ ਗਾਵੇ ਕੋ ਸੁਣੇ। ਕੋਈ ਦਾ ਅਰਥ ਇਹ ਹੈ, ਕੋਈ ਦਾ ਮਤਲਬ ਇਹ ਨਹੀਂ ਵੀ ਇਕੱਲੇ ਸਿੱਖ ਗਾਉਣਗੇ ਤੇ, ਕੋਈ ਦਾ ਮਤਲਬ ਕੋਈ ਵੀ ਗਾਵੇ, ਕੋਈ ਗਾਵੇ ਕੋ ਸੁਣੇ, ਕੋ ਉਚਰ ਸੁਣਾਵੇ। ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ, ਭਾਵੇਂ ਕੋਈ ਹੋਵੇ ਦੁਨੀਆ ਤੇ। ਨਾਨਕ ਰਾਮ ਨਾਮ ਨਸਤਾਰਾ ਸ਼ਬਦ ਰਤੇ ਹਰ ਪਾਹਾ। ਕਹਿੰਦੇ ਸ਼ਬਦ ਵਿੱਚ ਜਿਨ੍ਹਾਂ ਦਾ ਰੰਗ ਰੰਗਿਆ ਗਿਆ ਉਹਨਾਂ ਹਰੀ ਪਾ ਲਿਆ, ਗੁਰਮੁਖੋ ਖੁਦਾਈ ਪ੍ਰਾਪਤ ਕਰ ਲਿਆ ਉਹਨਾਂ। ਸੋਠ ਮਹੱਲਾ ਤੀਜਾ। ਦਾਸਨ ਦਾਸ ਹੋਵੇ ਤਾਂ ਹਰ ਪਾਏ। ਕਹਿੰਦੇ ਗੁਰਮੁਖੋ ਇਹ ਵੀ ਇੱਕ ਵਿਧੀ, ਇੱਕ ਰਸਤਾ ਹੈ ਵੀ ਦਾਸਾਂ ਦਾ ਦਾਸ ਬਣ ਜਾਏ ਤਾਂ ਵੀ ਹਰੀ ਨੂੰ ਪ੍ਰਾਪਤ ਕਰ ਲਏਗਾ। ਹਰੀ ਦੇ ਦਾਸਾਂ ਦਾ, ਰੱਬ ਦੇ ਦਾਸਾਂ ਦਾ ਦਾਸ ਬਣ ਜਾਏ, ਪਰਮਾਤਮਾ ਦੇ ਪਿਆਰਿਆਂ ਦਾ ਦਾਸ ਬਣ ਜਾਏ, ਪਰਮਾਤਮਾ ਨੂੰ ਪ੍ਰਾਪਤ ਕਰ ਲਏਗਾ। ਕਿਉਂਕਿ ਮਹਾਰਾਜ ਦੇ ਬਚਨ ਨੇ, ਜੋ ਦਾਸਨ ਕੀ ਉਸਤਤ ਹੈ ਸਾਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਕਹਿੰਦੇ ਰੱਬ ਦੇ ਪਿਆਰਿਆਂ ਦੀ ਜੋ ਵਡਿਆਈ ਉਹ ਪ੍ਰਮਾਤਮਾ ਦੀ ਵਡਿਆਈ ਅਸਲ 'ਚ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਮਹਾਰਾਜ ਕਹਿੰਦੇ ਸਾਧਾਂ ਨੂੰ ਸੁਖ ਦੇ ਦਿੱਤਾ ਤਾਂ ਪ੍ਰਮਾਤਮਾ ਨੂੰ ਹੀ ਸੁਖ ਹੈ, ਕਿਉਂਕਿ ਉਹਦੇ ਦਾਸਾਂ ਦੀ ਵਡਿਆਈ ਕੀਤੀ, ਇਹ ਰੱਬ ਦੀ ਵਡਿਆਈ। ਜੋ ਹਰ ਦਾਸਨ ਕੀ ਉਸਤਤ ਹੈ ਸਾਹਰ ਕੀ ਵਡਿਆਈ। ਕਹਿੰਦੇ ਹਰੀ ਦੇ ਦਾਸਾਂ ਦੀ ਉਸਤਤ ਅਸਲ 'ਚ ਹਰੀ ਦੀ ਵਡਿਆਈ ਹੁੰਦੀ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਕਹਿੰਦੇ ਪ੍ਰਮਾਤਮਾ ਨੂੰ ਆਪਣੀ ਵਡਿਆਈ ਜਦੋਂ ਭਾਉਂਦੀ, ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾ ਦਿੰਦਾ। ਦਾਸਨ ਦਾਸ ਹੋਵੇ ਤਾਂ ਹਰ ਪਾਏ। ਕਹਿੰਦੇ ਮਹਾਰਾਜ ਦੇ ਦਾਸਾਂ ਦਾ ਦਾਸ ਹੋ ਜਾ ਤਾਂ ਵੀ ਹਰੀ ਨੂੰ ਪਾ ਲੇਗਾ। ਵਿੱਚ ਉਹ ਆਪ ਗਵਾਈ। ਕਹਿੰਦੇ ਵਿੱਚੋਂ ਆਪਾ ਭਾਵ ਖਤਮ ਕਰ ਦੇ, ਹੰਕਾਰ ਤਿਆਗ। ਭਗਤਾਂ ਕਾ ਕਾਰਜ ਹਰ ਆਨੰਦ ਹੈ। ਕਹਿੰਦੇ ਪ੍ਰਮਾਤਮਾ ਭਗਤਾਂ ਦੇ ਕਾਰਜ ਤਾਂ ਆਪ ਹੀ ਕਰੀ ਜਾਂਦਾ, ਆਨੰਦ ਬਖਸ਼ ਦਿੰਦਾ ਭਗਤਾਂ ਨੂੰ। ਆਂਦਿਨ ਹਰ ਗੁਣ ਗਾਈ। ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਦਿਨੇ ਰਾਤ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ। ਭਗਤ ਪ੍ਰਮਾਤਮਾ ਨੂੰ ਜਪੀ ਜਾਂਦੇ, ਪ੍ਰਮਾਤਮਾ ਭਗਤਾਂ ਦੇ ਕਾਰਜ ਆਪ ਕਰ ਦਿੰਦਾ। ਆਪ ਹੀ ਭਗਤਾਂ ਦੇ ਕਾਰਜ ਪ੍ਰਮਾਤਮਾ ਸਵਾਰ ਦਿੰਦਾ। ਜਿਵੇਂ ਭਗਤ ਸੈਣ ਜੀ ਦੀ ਜਗ੍ਹਾ ਆਪ ਚਲੇ ਗਿਆ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਸੈਣ ਰੂਪ ਹਰ ਜਾਇ ਕੇ ਆਇਆ ਰਾਣੇ ਨੂੰ ਰੀਝਾਈ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ। ਰਾਣੇ ਦੂਰੋਂ ਸੱਦ ਕੇ ਖੋਲ ਖਵਾਏ ਗਲੋਂ ਪਹਿਨਾਈ। ਲਿਖਦੇ ਨੇ ਭਾਈ ਗੁਰਦਾਸ ਜੀ। ਉਹ ਕਹਿੰਦੇ ਆਪ ਤਾਂ ਗਏ ਨਹੀਂ ਸੀ, ਭਗਤ ਸੈਣ ਜੀ ਆਪ ਤਾਂ ਗਏ ਹੀ ਨਹੀਂ ਰਾਜੇ ਦੇ ਡਿਊਟੀ ਕਰਨ, ਪ੍ਰਮਾਤਮਾ ਚਲੇ ਗਿਆ, ਰਾਜੇ ਨੂੰ ਪ੍ਰਸੰਨ ਕਰ ਦਿੱਤਾ। ਤੇ ਜਦੋਂ ਮਾਫੀ ਮੰਗਣ ਲਈ ਭਗਤ ਸੈਣ ਜੀ ਗਏ ਵੀ ਮੈਂ ਡਿਊਟੀ ਤੇ ਨਹੀਂ ਆਇਆ, ਕਹਿੰਦੇ ਉਹਨੇ ਕਿਹਾ ਆਇਆ ਕਿਉਂ ਨਹੀਂ, ਤੂੰ ਤਾਂ ਅੱਜ ਜਿਹੜੀ ਮੇਰੀ ਮਾਲਸ਼ ਕੀਤੀ ਤਲੀਆਂ ਝਸੀਆਂ ਕਮਾਲ ਹੀ ਕਰ ਦਿੱਤੀ, ਮੈਨੂੰ ਤਾਂ ਪਤਾ ਨਹੀਂ ਆਨੰਦ ਕਿਹੜਾ ਬਣ ਗਿਆ।
ਖੋਲ ਕਵਾਏ ਗਲੋਂ ਪਹਿਨਾਈ, ਕਹਿੰਦੇ ਕੀਮਤੀ ਜਾਮਾ ਖੋਲ ਕੇ ਉਹਨੂੰ ਪਵਾ ਦਿੱਤਾ, ਗਲ ਤੋਂ ਮਾਲਾ ਲਾ ਕੇ ਉਹਦੇ ਗਲ ਚ ਪਾਤੀ ਭਗਤ ਸੈਣ ਦੇ, ਸਿੰਘਾਸਨ ਤੇ ਬਿਠਾ ਦਿੱਤਾ। ਉਹ ਕਹਿੰਦਾ ਮੈਂ ਮਾਫੀ ਮੰਗਣ ਆਇਆ ਕਿਉਂਕਿ ਮੈਂ ਡਿਊਟੀ ਨਹੀਂ ਕੀਤੀ। ਕਹਿੰਦੇ ਡਿਊਟੀ ਤੂੰ ਕੀਤੀ ਹੈ ਪੂਰੇ ਟਾਈਮ ਤੇ, ਜੇ ਨਹੀਂ ਯਕੀਨ ਇਹਨਾਂ ਨੂੰ ਪੁੱਛ ਸਾਰਿਆਂ ਨੂੰ। ਫੇਰ ਭਗਤ ਸੈਣ ਨੇ ਆਖਿਆ ਵੀ ਸੱਚੀ ਗੱਲ ਹੈ ਮੈਂ ਨਹੀਂ ਆਇਆ, ਅਸਲ 'ਚ ਫਿਰ ਉਹੋ ਹੀ ਆ ਗਿਆ ਜੀ, ਕਿਉਂਕਿ ਭਗਤਾਂ ਕੇ ਕਾਰਜ ਜਿਹੜਾ ਉਹ ਪ੍ਰਮਾਤਮਾ ਆਪ ਹੀ ਸਵਾਰ ਦਿੰਦਾ। ਭਗਤਾਂ का ਕਾਰਜ ਹਰ ਆਨੰਦ ਹੈ ਆਨੰਦਨ ਹਰ ਗੁਣ ਗਾਈ, ਸ਼ਬਦ ਰੱਤੇ ਸਦਾ ਇੱਕ ਰੰਗੀ। ਬਸ ਕਹਿੰਦੇ ਉਹ ਸ਼ਬਦ ਵਿੱਚ ਆਪਣਾ ਮਨ ਰੰਗ ਕੇ ਰੱਖਦੇ ਆ। ਇੱਕ ਰੰਗੀ ਦਾ ਅਰਥ ਹੁੰਦਾ ਇੱਕ ਦੇ ਉਪਾਸ਼ਕ ਨੇ, ਬਸ ਇੱਕ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਭਗਤ। ਇਸੇ ਕਰਕੇ ਭਗਤ ਨੂੰ ਕੋਈ ਡਰਾ ਨਹੀਂ ਸਕਦਾ। ਭਗਤ ਨਾਮਦੇਵ ਨੂੰ ਕਹਿੰਦੇ ਤੂੰ ਰਾਮ ਰਾਮ ਛੱਡ ਕੇ ਖੁਦਾ ਖੁਦਾ ਕਹਿਣ ਲੱਗ ਪਓ, ਕਹਿੰਦਾ ਮੈਨੂੰ ਪਤਾ ਫਰਕ ਕੋਈ ਨਹੀਂ, ਪਰ ਮੈਂ ਡਰ ਕੇ ਨਹੀਂ ਇਸ ਤਰ੍ਹਾਂ ਕਰਨਾ। ਪਿੰਡ ਪਰਿਆ ਤੂੰ ਹਰ ਗੁਣ ਗਾਏ। ਉਹ ਕਹਿੰਦੇ ਨੇ ਮੈਨੂੰ ਸਰੀਰ ਨਾਸ ਵੀ ਕਰ ਦੋਗੇ ਤਾਂ ਵੀ ਜੋ ਕਹਿ ਰਿਹਾ ਉਹੀ ਕਹਾਂਗਾ, ਡਰਦਾ ਨਹੀਂ। ਸ਼ਬਦ ਰੱਤੇ ਸਦਾ ਇੱਕ ਰੰਗੀ, ਕਹਿੰਦੇ ਗੁਰਮੁਖੋ ਇੱਕ ਦੇ ਰੰਗ 'ਚ ਰੰਗੇ ਹੁੰਦੇ ਉਹ ਸ਼ਬਦ ਦੇ ਅਭਿਆਸੀ। ਹਰ ਸਿਓ ਰਹੇ ਸਮਾਈ, ਇਸੇ ਕਰਕੇ ਉਹਨਾਂ ਦੀ ਸਮਾਈ ਹਰੀ 'ਚ ਹੋਈ ਹੁੰਦੀ, ਜਿਉਂਦਿਆਂ ਦੀ, ਤੁਰਿਆਂ ਫਿਰਦਿਆਂ ਦੀ। ਹਰ ਜੀਓ ਸਾਚੀ ਨਜ਼ਰ ਤੁਮਾਰੀ, ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਨਜ਼ਰ ਸੱਚੀ ਹੈ, ਜਿਸ ਤੇ ਮਿਹਰ ਦੀ ਨਜ਼ਰ ਕਰ ਦਿੰਦੇ ਜੇ ਉਹ ਸੱਚ ਸਰੂਪ ਹੀ ਹੋ ਜਾਂਦਾ। ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਮਹਾਰਾਜ ਸਾਡੀ ਵੀ ਅਰਦਾਸ ਹੈ ਆਪਣੇ ਦਾਸਾਂ ਤੇ ਕਿਰਪਾ ਕਰੋ। ਰੱਖੋ ਪੈਜ ਹਮਾਰੀ, ਮਹਾਰਾਜ ਸਾਡੀ ਪੈਜ ਵੀ ਰੱਖ ਲਓ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਦਸਵੇਂ ਪਾਤਸ਼ਾਹੀ ਦੇ ਬਚਨ ਨੇ। ਮਹਾਰਾਜ ਸਾਡੀ ਪੈਜ ਰੱਖੋ, ਤੁਸੀਂ ਕਿਰਪਾ ਕਰੋ, ਜਿਵੇਂ ਤੁਸੀਂ ਆਪਣੇ ਭਗਤਾਂ ਦੀ ਪੈਜ ਰੱਖ ਲੈਂਦੇ ਜੇ, ਕਿਰਪਾ ਕਰਕੇ ਸਾਡੀ ਵੀ ਪੈਜ ਰੱਖੋ ਜੀ। ਰਹਾਓ ਵਿਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਹਨ। ਸ਼ਬਦ ਸਲਾਹੀ ਸਦਾ ਹੋ ਜੀਵਾਂ, ਮਹਾਰਾਜ ਇਹ ਕਿਰਪਾ ਕਰੋ ਵੀ ਸ਼ਬਦ ਦੁਆਰਾ ਮੈਂ ਤੁਹਾਡੀ ਸਿਫਤ ਸਲਾਹ ਕਰਾਂ, ਬਸ ਮੇਰਾ ਜੀਵਨ ਇਦਾਂ ਦਾ ਬਣ ਜਾਏ, ਐਸਾ ਜੀਵਨ ਹੋਵੇ ਵੀ ਦਿਨੇ ਰਾਤ ਤੁਹਾਡੀ ਉਸਤਤ ਹੀ ਚੱਲੇ, ਐਸੀ ਕਿਰਪਾ ਕਰੋ। ਸ਼ਬਦ ਸਲਾਹੀ ਸਦਾ ਹੋ ਜੀਵਾਂ, ਗੁਰਮਤੀ ਭਉ ਭਾਗਾ, ਕਹਿੰਦੇ ਗੁਰਮਤੀਆਂ ਦਾ ਭਉ ਲੱਥ ਗਿਆ ਹੁੰਦਾ। ਗੁਰੂ ਸਾਹਿਬ ਜੀ ਦੀ ਮੱਤ ਜਦੋਂ ਆਪਾਂ ਗ੍ਰਹਿਣ ਕਰਾਂਗੇ ਡਰ ਖਤਮ ਹੋ ਜਾਣਗੇ। ਕੋਈ ਜਮਾਂ ਦਾ ਡਰ ਨਹੀਂ, ਕੋਈ ਨਰਕਾਂ ਦਾ ਡਰ ਨਹੀਂ, ਕੋਈ 84 ਦਾ ਡਰ ਨਹੀਂ, ਕਿਸੇ ਦਾ ਕੋਈ, ਇੱਥੋਂ ਤੱਕ ਵੀ ਮੌਤ ਦਾ ਵੀ ਡਰ ਨਹੀਂ। ਜਦੋਂ ਮਹਾਰਾਜ ਮਿਹਰ ਦੀ ਨਜ਼ਰ ਕਰਦੇ ਫਿਰ ਕੋਈ ਡਰ ਰਹਿ ਹੀ ਨਹੀਂ ਜਾਂਦਾ। ਬਾਕੀ ਗੁਰਮਤੀ ਭਉ ਭਾਗਾ, ਕਹਿੰਦੇ ਗੁਰਮਤ ਗ੍ਰਹਿਣ ਕਰਨ ਕਰਕੇ ਗੁਰਮੁਖੋ ਡਰ ਭੱਜ ਜਾਂਦਾ, ਡਰ ਲੱਥ ਜਾਂਦਾ। ਜਿਨ੍ਹਾਂ ਦੇ ਅੰਦਰ ਮਹਾਰਾਜ ਦਾ ਉਪਦੇਸ਼ ਵਸਿਆ ਉਹ ਤਾਂ 5 ਤੇ 7 ਸਾਲ ਦੇ ਬੱਚੇ ਵੀ ਨਹੀਂ ਡਰੇ। ਅਗਲੇ ਡਰਾਉਂਦੇ, ਕਹਿੰਦੇ ਮਾਰਾਂਗੇ ਬਹੁਤ ਤੜਪਾ ਤੜਪਾ ਕੇ, ਨੀਹਾਂ 'ਚ ਚਿਣ ਕੇ ਸ਼ਹੀਦ ਕਰਾਂਗੇ। ਉਹ ਕਹਿੰਦੇ ਜੋ ਮਰਜ਼ੀ ਕਰੋ ਪਰ ਤੁਸੀਂ ਆਪਣੀ ਈਨ ਨਹੀਂ ਮਨਾ ਸਕਦੇ। ਬੱਚੇ ਨੂੰ ਡਰਾਉਣਾ ਕਿੰਨਾ ਔਖਾ ਹੁੰਦਾ, ਪਰ ਨਹੀਂ ਡਰੇ। ਭਗਤ ਪ੍ਰਹਲਾਦ 5 ਸਾਲਾਂ ਦਾ ਸੀ, ਪੂਰਾ ਯਤਨ ਕੀਤਾ ਉਹਦੇ ਪਿਤਾ ਨੇ ਡਰਾਉਣ ਦਾ। ਕਦੀ ਅੱਗ 'ਚ ਲੈ ਕੇ ਬਹਿੰਦੇ, ਕਦੀ ਪਾਣੀ 'ਚ ਡੋਬ ਕੇ ਮਾਰਨ ਪੈਂਦੇ, ਕਦੀ ਸੱਪਾਂ ਨਾਲ ਛੱਡਦੇ, ਕਦੀ ਹਨੇਰੇ ਕੋਠੜੀ 'ਚ ਵੀ ਬੰਦ ਕੀਤਾ, ਬਾਰਕ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਕਹਿੰਦੇ ਬਾਰ ਨੂੰ ਤਾਲਾ ਵੀ ਲਾ ਦਿੱਤਾ, ਕੱਲੇ ਨੂੰ ਹਨੇਰੇ ਕੋਠੇ 'ਚ ਬੰਦ ਕਰਕੇ। ਨਿਰਭਉ ਬਾਲਕ ਮੂਲ ਨਾ ਡਰੇ, ਕਹਿੰਦੇ ਐਸਾ ਨਿਰਭਉ ਉਹ ਬਾਲਕ ਡਰਦਾ ਹੀ ਨਹੀਂ। ਕਿਉਂ? ਕਿਉਂਕਿ ਨਿਰਭਉ ਤੇ ਉਹਦੇ ਅੰਦਰ ਵਸਿਆ, ਭੈ ਕਿੱਥੋਂ ਆਵੇ। ਨਿਰਭਉ ਬਾਲਕ ਮੂਲ ਨਾ ਡਰੇ, ਮੇਰੇ ਅੰਤਰ ਗੁਰ ਗੋਪਾਲਾ। ਕਿਉਂ? ਉਹ ਕਹਿੰਦਾ ਮੇਰੇ ਅੰਦਰ ਪ੍ਰਮਾਤਮਾ ਬੈਠਾ, ਮੈਨੂੰ ਕੀ ਡਰ ਹੈ ਬਈ। ਮੌਤ ਦਾ ਡਰ ਵੀ ਫਿਰ ਲੱਥ ਜਾਂਦਾ। ਗੁਰਮਤੀ ਭਉ ਭਾਗਾ, ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਕਹਿੰਦੇ ਮੇਰਾ ਪ੍ਰਮਾਤਮਾ ਬਹੁਤ ਸੁੰਦਰ ਹੈ। ਬਹੁਤ ਸਵਾਲਿਆ ਹੁੰਦਾ ਸੁੰਦਰ, ਬਹੁਤ ਸੋਭਨੀ। ਗੁਰ ਸੇਵਿਆ ਚਿੱਤ ਲਾਗਾ, ਕਹਿੰਦੇ ਜਦੋਂ ਗੁਰੂ ਦੀ ਸੇਵਾ 'ਚ ਲੱਗੇ ਪਰਮਾਤਮਾ ਦੇ ਚਰਨਾਂ 'ਚ ਚਿੱਤ ਲੱਗ ਗਿਆ। ਸਾਚਾ ਸ਼ਬਦ ਸੱਚੀ ਸੱਚ ਬਾਣੀ, ਕਹਿੰਦੇ ਪ੍ਰਮਾਤਮਾ ਦੀ ਬਾਣੀ ਸੱਚੀ ਹੈ ਗੁਰਮੁਖੋ। ਉਹ ਆਪ ਸ਼ਬਦ ਸਰੂਪ ਸੱਚ ਹੈ, ਇਸ ਕਰਕੇ ਉਹਦੇ ਬੋਲ ਵੀ ਸੱਚੇ ਨੇ, ਉਹਦੀ ਬਾਣੀ ਵੀ ਸੱਚੀ ਹੈ। ਸੋ ਜਨ ਆਨ ਦਿਨ ਜਾਗਾ, ਜਿਹੜਾ ਮਹਾਰਾਜ ਜੀ ਦੀ ਬਾਣੀ ਪੜ੍ਹਨ ਲੱਗ ਜਾਂਦਾ ਉਹਦਾ ਮਨ ਦਿਨੇ ਰਾਤ ਜਾਗਰਤ ਅਵਸਥਾ 'ਚ ਰਹਿੰਦਾ। ਸਰੀਰ ਸੌਂ ਵੀ ਜਾਵੇ ਮਨ ਤਾਂ ਵੀ ਜਾਗ ਰਿਹਾ ਹੁੰਦਾ। ਜਿਵੇਂ ਸਰੀਰ ਦੇ ਸਥੂਲ ਪਾਰਟ ਜਾਗਦੇ ਰਹਿੰਦੇ ਨਾ, ਬੰਦਾ ਸੌਂ ਜਾਂਦਾ ਤੇ ਫਿਰ ਵੀ ਕਿਡਨੀਆਂ ਕੰਮ ਕਰੀ ਜਾਂਦੀਆਂ,
ਦਿਲ ਪੰਪ ਕਰੀ ਜਾਂਦਾ, ਦਿਲ ਥੋੜ੍ਹਾ ਸੌਂਦਾ, ਜੇ ਦਿਲ ਸੌਂ ਗਿਆ ਫਿਰ ਤਾਂ ਗਿਆ ਬੰਦਾ। ਉਹਦੇ ਜਿੰਨੇ ਸਰੀਰ ਦੇ ਅੰਗ ਨੇ ਦੇਖੋ, ਉਹ ਆਪਣੀ ਕਿਰਿਆ ਆਪਣਾ ਕੰਮ ਕਰੀ ਜਾਂਦੇ, ਉਹ ਨਹੀਂ ਸੌਂਦੇ। ਇਸੇ ਤਰ੍ਹਾਂ ਸਰੀਰ ਸੌਂ ਜਾਂਦਾ, ਗੁਰਮੁਖ ਅਵਸਥਾ ਵਾਲੇ ਦਾ ਮਨ ਜਾਗਰਤ ਅਵਸਥਾ 'ਚ ਹੀ ਰਹਿੰਦਾ, ਉਹ ਮਨ ਜਾਗਦਾ ਹੀ ਹੁੰਦਾ। ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਾਣ ਆਨ ਦਿਨ ਜਾਗਾ, ਕਹਿੰਦੇ ਉਹ ਜਾਣ ਤਾਂ ਦਿਨੇ ਰਾਤ ਜਾਗਦਾ ਰਹਿੰਦਾ ਫਿਰ ਮਨ ਕਰਕੇ। ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ, ਕਹਿੰਦੇ ਬਹੁਤ ਗੈਰ ਗੰਭੀਰ ਸਦਾ ਸੁੱਖਾਂ ਦਾ ਦਾਤਾ ਹੈ, ਕਿਸੇ ਨੇ ਅੰਤ ਨਹੀਂ ਪਾਇਆ ਉਸ ਪਰਮਾਤਮਾ ਦਾ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ। ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ, ਕਹਿੰਦੇ ਜਦੋਂ ਪੂਰੇ ਗੁਰੂ ਦੀ ਸੇਵਾ ਕੀਤੀ ਅਚਿੰਤ ਸਹਿ ਸੁਭਾਈ ਹਰੀ ਆਣ ਕੇ ਮਨ 'ਚ ਵਸ ਗਿਆ। ਬਸ ਆਪਣੇ ਆਪ ਨੂੰ ਸੇਵਾ 'ਚ ਲਾ ਦਿੱਤਾ, ਫਿਰ ਫਿਕਰ ਕਰਨ ਦੀ ਲੋੜ ਨਹੀਂ। ਅਚਿੰਤ ਹਰ ਮਨ ਵਸਾਇਆ, ਕਹਿੰਦੇ ਬਿਨਾਂ ਚਿੰਤਾ ਕੀਤੇ ਤੋਂ ਹੀ ਪਰਮਾਤਮਾ ਆਣ ਮਨ 'ਚ ਵਸਿਆ। ਮਨ ਤਨ ਨਿਰਮਲ ਸਦਾ ਸੁਖ ਅੰਤਰ, ਕਹਿੰਦੇ ਮਨ ਤਨ ਫਿਰ ਉਹਨਾਂ ਦਾ ਨਿਰਮਲ ਹੁੰਦਾ ਗੁਰਮੁਖੋ, ਕਿਉਂਕਿ ਉਹਨਾਂ ਦੇ ਅੰਦਰ ਸਦਾ ਸੁਖ ਬਣ ਜਾਂਦਾ। ਵਿੱਚ ਉਹ ਭਰਮ ਚੁਕਾਇਆ, ਭਰਮ ਵਿੱਚੋਂ ਨਿਕਲ ਜਾਂਦਾ ਅੰਦਰੋਂ, ਮਨ ਪਵਿੱਤਰ ਹੋ ਜਾਂਦਾ, ਤਨ ਵੀ ਸੁਖੀ ਹੋ ਜਾਂਦਾ। ਹਰ ਕਾ ਮਾਰਗ ਸਦਾ ਪੰਥ ਵਿਖੜਾ, ਕਹਿੰਦੇ ਪਰ ਹਰੀ ਦਾ ਮਾਰਗ ਜਿਹੜਾ ਨਾ ਪੰਥ, ਕਹਿੰਦੇ ਰਸਤੇ ਨੂੰ, ਇਹ ਰਸਤਾ ਥੋੜਾ ਜਿਹਾ ਕਠਿਨ ਹੁੰਦਾ। ਰੱਬ ਦੀ ਪ੍ਰਾਪਤੀ ਦੇ ਰਸਤੇ ਤੇ ਚੱਲਣਾ ਕਠਿਨ ਹੈ, ਭਾਵੇਂ ਖਰਚਾ ਕੋਈ ਨਹੀਂ ਆਉਂਦਾ, ਪਰ ਦੇਖ ਲਓ ਚੱਲਦੇ ਨਹੀਂ ਲੋਕ, ਕਠਿਨ ਹੈ ਤਾਂ ਹੀ ਉਹ ਨਹੀਂ ਚੱਲਦੇ। ਇੰਨਾ ਸੌਖਾ ਨਹੀਂ ਹੁੰਦਾ ਮਹਾਰਾਜ ਦੀ ਪ੍ਰਾਪਤੀ ਦੇ ਰਸਤੇ ਤੇ ਚੱਲਣਾ। ਜੇ ਬੜਾ ਸਰਲ ਹੋਵੇ ਤਾਂ ਸਾਰੀ ਦੁਨੀਆ ਚੱਲੇ। ਇੰਨਾ ਉਪਦੇਸ਼ ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਕਿੰਨੇ % ਲੋਕ ਚੱਲਦੇ ਆ, ਰਸਤਾ ਕਠਿਨ ਹੈ। ਹਰ ਕਾ ਮਾਰਗ ਸਦਾ ਪੰਥ ਵਿਖੜਾ, ਕੋ ਪਾਏ ਗੁਰ ਵਿਚਾਰਾ, ਕਹਿੰਦੇ ਕੋਈ ਹੁੰਦਾ ਜਿਹੜਾ ਗੁਰੂ ਦੀ ਵਿਚਾਰ ਪ੍ਰਾਪਤ ਕਰਕੇ ਇਸ ਰਸਤੇ ਤੇ ਚੱਲੇ, ਕੋਈ, ਕਿਉਂਕਿ ਮਾਰਗ ਥੋੜਾ ਜਿਹਾ ਕਠਿਨ ਹੈ। ਕਠਿਨ ਕਿਵੇਂ ਹੈ? ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ, ਕਹਿੰਦੇ ਕਠਿਨ ਕੰਮ ਇਹ ਹੈ ਵੀ ਮਹਾਰਾਜ ਕਹਿੰਦੇ ਜੇ ਇਸ ਰਸਤੇ ਤੇ ਚੱਲਣਾ ਆਪਣੇ ਮਨ ਦੀ ਮੱਤ ਛੱਡ ਦੇ, ਪਰ ਕਹਿੰਦੇ ਇਹ ਛੱਡਣੀ ਬੜੀ ਔਖੀ ਹੈ, ਤਾਂ ਕਰਕੇ ਇਸ ਰਸਤੇ ਨੂੰ ਕਠਿਨ ਕਹਿੰਦੇ। ਇਹਨੂੰ ਛੱਡਣਾ ਬੜਾ ਔਖਾ ਵੀ ਮਨ ਆਪਣੀ ਮਰਜ਼ੀ ਛੱਡ ਦੇ। ਜੇ ਮਨ ਆਪਣੀ ਮਰਜ਼ੀ ਕਰਨੋਂ ਛੱਡ ਦੇਵੇ ਤਾਂ ਫਿਰ ਤਾਂ ਗੁਰਮੁਖੀ ਹੋ ਗਿਆ। ਬਸ ਇਹੀ ਕੰਮ ਕਠਿਨ ਹੈ ਭਈ ਮਹਾਰਾਜ ਕੁਝ ਕਹਿੰਦੇ ਤੇ ਮਨ ਕੁਝ ਕਹਿੰਦਾ। ਮਹਾਰਾਜ ਕਹਿੰਦੇ ਸਵੇਰੇ ਉੱਠ ਤੇ ਮਨ ਉੱਠਣ ਨੂੰ ਕਰਦਾ ਨਹੀਂ। ਗੁਰੂ ਸਾਹਿਬ ਨੇ ਆਖਿਆ ਬਾਣੀ ਪੜ੍ਹ ਤੇ ਮਨ ਬਾਣੀ ਪੜ੍ਹਨ ਨੂੰ ਨਹੀਂ ਲੱਗਦਾ। ਮਹਾਰਾਜ ਨੇ ਆਖਿਆ ਨਾਮ ਜਪ ਤੇ ਮਨ ਮੰਨਦਾ ਹੀ ਨਹੀਂ ਹੈਗਾ। ਗੁਰੂ ਸਾਹਿਬ ਨੇ ਆਖਿਆ ਝੂਠ ਨਾ ਬੋਲੀ ਤੇ ਮਨ ਕਹਿੰਦਾ ਵੀ ਬੋਲੋ, ਸਰਦਾ ਹੀ ਨਹੀਂ ਇਹਦੇ ਬਿਨਾਂ ਜੀ। ਬਸ ਮਨ ਹਟਦਾ ਨਹੀਂ। ਇਹ ਇਸੇ ਕਰਕੇ ਆਖਿਆ ਇਹ ਕਠਿਨ ਹੈ ਕੰਮ। ਉਵੇਂ ਕਠਿਨ ਹੈ ਨਹੀਂ, ਪਰ ਬਸ ਆਹ ਚੀਜ਼ਾਂ ਛੱਡਣ ਖੋਣੋਂ ਹੀ ਕਠਿਨ ਲੱਗਦਾ ਵੀ ਇਹ ਰਸਤਾ ਔਖਾ ਵੀ। ਹਰ ਕਾ ਮਾਰਗ ਸਦਾ ਪੰਥ ਵਿਖੜਾ, ਕਹਿੰਦੇ ਬੜਾ ਵਿਖੜਾ ਪੰਥ ਹੁੰਦਾ ਰਸਤਾ। ਕੋ ਪਾਏ ਗੁਰ ਵਿਚਾਰ, ਕਹਿੰਦੇ ਕੋਈ ਗੁਰੂ ਦੀ ਵਿਚਾਰ ਕਰਕੇ ਫਿਰ ਇਸ ਰਸਤੇ ਤੇ ਚੱਲਦਾ ਭਾਈ। ਹਰ ਕੈ ਰੰਗ ਰਾਤਾ ਸਬਦੇ ਮਾਤਾ, ਕਹਿੰਦੇ ਜਿਹੜੇ ਹਰੀ ਰੰਗ ਚ ਰੰਗੇ ਨੇ ਅਸਲ ਵਿੱਚ ਉਹ ਮਹਾਰਾਜ ਦੇ ਉਪਦੇਸ਼ ਵਿੱਚ ਮਸਤ ਹੁੰਦੇ। ਨਾਮ ਦੀ ਮਸਤੀ ਚੜੀ, ਕਿਉਂਕਿ ਨਾਮ ਵੀ ਇੱਕ ਖੁਮਾਰੀ ਹੈ, ਮਸਤੀ ਹੈ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇੱਕ ਲੌਕਿਕ ਬਚਨ ਹੈਗਾ ਨਾ। ਹਰ ਕੈ ਰੰਗ ਰਾਤਾ ਸਬਦੇ ਮਾਤਾ, ਮਾਤੇ ਦਾ ਅਰਥ ਹੁੰਦਾ ਮਸਤ, ਬਸ ਨਾਮ ਦੀ ਮਸਤੀ। ਹਉਮੈ ਤਜੇ ਵਿਕਾਰ, ਕਹਿੰਦੇ ਉਹਨਾਂ ਹਉਮੈ ਛੱਡਤੀ, ਵਿਕਾਰ ਛੱਡ ਦਿੱਤੇ ਨੇ। ਨਾਨਕ ਨਾਮ ਰੱਤਾ ਇੱਕ ਰੰਗੀ, ਕਹਿੰਦੇ ਇੱਕ ਪ੍ਰਮਾਤਮਾ ਦੇ ਰੰਗ ਚ ਰੰਗੇ ਨੇ ਉਹ। ਸ਼ਬਦ ਸਵਾਰਨ ਹਾਰਾ, ਮਹਾਰਾਜ ਦਾ ਸ਼ਬਦ ਇਹ ਜੀਵਨ ਸਵਾਰ ਦਿੰਦਾ ਹੈ, ਸਵਾਰਨ ਵਾਲਾ ਹੈ। ਪਰ ਜੇ ਕੋਈ ਸ਼ਬਦ ਦਾ ਅਭਿਆਸੀ ਹੋਵੇ ਤਾਂ, ਜੇ ਕੋਈ ਸ਼ਬਦ ਦਾ ਅਭਿਆਸੀ ਹੋਵੇ ਤਾਂ ਮਹਾਰਾਜ ਤਾਂ ਸੰਸਕਾਰ ਸਾਧ ਸੰਗਤ ਜੀ ਸਾਰੇ ਬਦਲ ਦਿੰਦੇ। ਆ ਤੁਸੀਂ ਵੀ ਸੁਣਿਆ ਹੋਣਾ, ਉਹ ਬੀਬੀ ਇੱਕ ਇੱਥੋਂ ਦੀ ਅਮਰੀਕਾ ਦੀ, ਤਾਂ ਉਹਨੂੰ ਬਾਣੀ ਵੀ ਨਹੀਂ ਸੀ ਪੜ੍ਹਨੀ ਆਉਂਦੀ। ਉਹਨੇ ਆਪ ਹੀ ਦੱਸਿਆ, ਕਹਿੰਦੀ ਮੈਂ ਕਿਸੇ ਤਰ੍ਹਾਂ ਮੇਰਾ ਪਤਾ ਨਹੀਂ ਮਨ ਕੀਤਾ ਵੀ ਚਲੋ ਸੰਥਿਆ ਕਰ ਲੈਂਦੇ ਬਾਣੀ ਦੀ। ਥੋੜ੍ਹੀ ਥੋੜ੍ਹੀ ਬਾਣੀ ਪੜ੍ਹਨੀ ਸਿੱਖੀ, ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਕੁਦਰਤੀ ਉਹ ਬੱਚਾ ਹੋਣ ਵਾਲਾ ਸੀ, ਉਹ ਬੋਲ ਕੇ ਬਾਣੀ ਪੜ੍ਹਦੀ ਰਹੀ। ਤਾਂ ਹੁਣ ਉਹ ਕਹਿੰਦੀ ਵੀ ਆ ਬੱਚਾ ਮੇਰਾ 2 ਸਾਲ ਦਾ, 2 ਸਾਲ ਦਾ ਬੱਚਾ ਮਸਾਂ ਬੋਲਣਾ ਸਿੱਖਦਾ ਹੀ ਆ।
2 ਸਾਲ ਦੇ ਬੱਚੇ ਨੂੰ ਕੋਈ ਗਿਆਨ ਨਹੀਂ ਹੁੰਦਾ, ਤੋਤਲੀਆਂ ਜਿਹੀਆਂ ਗੱਲਾਂ ਕਰਦਾ। ਪਰ ਉਹ ਕਹਿੰਦੀ ਵੀ ਐਸਾ ਸੰਸਕਾਰ ਮਹਾਰਾਜ ਨੇ ਬਣਾ ਦਿੱਤਾ, ਮੈਂ ਜਦੋਂ ਹੁਣ ਬਾਣੀ ਪੜ੍ਹਦੀ ਆ, ਮੈਂ ਇੱਕ ਪੰਕਤੀ ਪੜ੍ਹਦੀ ਤੇ ਅਗਲੀ ਪੰਕਤੀ ਇਹ ਬੋਲ ਦਿੰਦਾ। ਕਿਵੇਂ ਬੋਲ ਦਿੰਦਾ? ਕਿਉਂਕਿ ਮਹਾਰਾਜ ਦੇ ਉਹਦਾ ਜਨਮ ਹੋਣ ਵਾਲਾ ਸੀ ਤੇ ਉਹ ਬੋਲਦੀ ਸੀ ਬਾਣੀ। ਸੰਸਕਾਰ ਹੀ ਤਬਦੀਲ ਹੋ ਗਿਆ। ਸ਼ਬਦ ਸਵਾਰਨਹਾਰਾ, ਕਹਿੰਦੇ ਸ਼ਬਦ ਤਾਂ ਸਵਾਰ ਦਿੰਦਾ ਗੁਰਮੁਖੋ, ਜੀਵਨ ਸਵਾਰ ਦਿੰਦਾ ਸ਼ਬਦ। ਇਸ ਲਈ ਕਹਿੰਦੇ ਚੰਗੇ ਸੰਸਕਾਰ ਤਾਂ ਜਨਮ ਤੋਂ ਪਹਿਲਾਂ ਹੀ ਮਿਲ ਜਾਂਦੇ ਆ, ਕੋਈ ਦੇਣ ਵਾਲਾ ਹੋਵੇ ਸਹੀ। ਚੰਗੇ ਸੰਸਕਾਰ ਤਾਂ ਜਨਮ ਤੋਂ ਪਹਿਲਾਂ। ਭਾਈ ਜੋਧ ਨੂੰ 6ਵੇਂ ਪਾਤਸ਼ਾਹ ਜੀ ਨੇ ਦੱਸਿਆ ਸੀ ਵੀ ਤੇਰੇ ਜਨਮ ਤੋਂ ਪਹਿਲਾਂ ਤੇਰੇ 'ਚ ਸੂਰਮਗਤੀ ਆ ਗਈ ਸੀ, ਤੇਰਾ ਜਨਮ ਹੋਣ ਵਾਲਾ ਸੀ ਅਜੇ। ਨਾਨਕ ਨਾਮ ਰੱਤਾ ਇੱਕ ਰੰਗੀ, ਸ਼ਬਦ ਸਵਾਰਨ ਹਾਰਾ, ਕਹਿੰਦੇ ਜਿਹੜੇ ਇੱਕ ਰੰਗ 'ਚ ਰੰਗੇ ਨੇ ਗੁਰਮੁਖੋ, ਸ਼ਬਦ ਦੇ ਅਭਿਆਸੀ, ਸ਼ਬਦ ਜਪਣ ਵਾਲੇ, ਸ਼ਬਦ ਸਵਾਰ ਦਿੰਦਾ ਉਹਨਾਂ ਦਾ ਜਨਮ, ਕੁਲਾਂ ਹੀ ਸਵਾਰ ਦਿੰਦਾ। ਇੱਕ ਦੀ ਤਾਂ ਗੱਲ ਹੀ ਛੱਡੋ। ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜੀ, ਮਹਾਰਾਜ ਰਹਿਮਤ ਕਰਨ, ਕੁਝ ਨਾ ਕੁਝ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੀਏ। ਐਸੀ ਸੱਚੇ ਪਾਤਸ਼ਾਹ ਜੀ ਸਾਨੂੰ ਬੁੱਧ ਤੇ ਐਸਾ ਬਲ ਬਖਸ਼ ਦੇਣ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆਂ ਹੈ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤਿਤ ਕਾਰਨ ਦਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ।